ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਰਮੀਤ ਸਿੰਘ ਮੌਜੂਦ ਨੇ। ਅੱਜ 14 ਅਪ੍ਰੈਲ ਹੈ ਤੇ ਡਾਕਟਰ ਭੀਮ ਰਾਓ ਅੰਬੇਦਕਰ ਹੋਣਾ ਦਾ ਜਨਮ ਦਿਹਾੜਾ ਵੀ ਹੈ, ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ। ਪਰ ਕਿਹਾ ਜਾਂਦਾ ਹੈ ਕਿ ਜਦੋਂ ਧਰਮ ਜਿਹੜਾ ਉਹ ਸਿਆਸਤ ਤੇ ਹਾਵੀ ਹੋ ਜਾਂਦਾ ਤਾਂ ਅਸਲ ਮੁੱਦੇ ਰੁਲ ਜਾਂਦੇ ਨੇ। ਤੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਦੇ ਵਿੱਚ ਉੱਪਰ ਲਿਖਿਆ ਤੇ ਇਸ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਅੱਜ ਸੰਵਿਧਾਨ ਨੂੰ ਕਿਸ ਢੰਗ ਦੇ ਨਾਲ ਬਾਈਪਾਸ ਕਰਕੇ ਸੂਬਿਆਂ ਦੇ ਜਾਂ ਲੋਕਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ। ਇਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਇੱਕ ਪਾਸੇ ਤਾਂ ਕਿਸਾਨੀ ਅੰਦੋਲਨ ਚੱਲਦਾ, ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਕੋਟਕਪੂਰਾ ਗੋਲੀकांड ਨੂੰ ਲੈ ਕੇ ਜੋ ਫੈਸਲਾ ਹਾਈ ਕੋਰਟ ਦਾ ਆਇਆ ਉਹਨੂੰ ਲੈ ਕੇ ਵੀ ਕਾਫੀ ਉਥਲ-ਪੁਥਲ ਮਚਿਆ ਹੋਇਆ ਹੈ। ਸੰਵਿਧਾਨ ਦਾ ਕੀ ਕਹਿਣਾ ਤੇ ਸੰਵਿਧਾਨ ਨੂੰ ਕਿਸ ਤਰ੍ਹਾਂ ਛਿੱਕੇ ਤੇ ਟੰਗਿਆ ਜਾਂਦਾ। ਹਮੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਜੀ ਸ਼ੁਕਰੀਆ। ਧੰਨਵਾਦ ਸਾਨੂੰ ਸਮਾਂ ਦੇਣ ਲਈ। ਹਮੀਰ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਸੰਵਿਧਾਨ ਦੇ ਰਚੇਤਾ ਡਾਕਟਰ ਭੀਮ ਰਾਓ ਅੰਬੇਦਕਰ ਹੋਣਾ ਦਾ ਜਨਮ ਦਿਹਾੜਾ ਸਾਰੀਆਂ ਸਿਆਸੀ ਪਾਰਟੀਆਂ ਮਨਾ ਰਹੀਆਂ, ਸ਼ਾਇਦ ਉਹ ਵੀ ਮਨਾ ਰਹੇ ਨੇ ਜਿਹੜੇ ਸੰਵਿਧਾਨ ਨੂੰ ਛਿੱਕੇ ਟੰਗ ਦਿੰਦੇ ਨੇ ਜਾਂ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸੰਵਿਧਾਨ ਨੂੰ ਛਿੱਕੇ ਤੇ ਟੰਗਿਆ। ਹਰ ਸਿਆਸੀ ਪਾਰਟੀ ਆਪਣੇ ਆਪਣੇ ਢੰਗ ਦੇ ਨਾਲ ਸੰਵਿਧਾਨ ਨਾਲ ਖਿਲਵਾੜ ਕਰਦੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਵੈਸੇ ਤਾਂ ਮੈਂ ਇੱਥੋਂ ਸ਼ੁਰੂ ਕਰਨਾ ਚਾਹਾਂਗਾ ਕਿ ਸੰਵਿਧਾਨ ਦੇ ਵਿੱਚ ਵੀ ਬਣਾਉਣ ਵਿੱਚ ਵੀ ਡਾਕਟਰ ਅੰਬੇਦਕਰ ਦੀ ਪੂਰੀ ਤਰ੍ਹਾਂ ਨਹੀਂ ਚੱਲੀ। ਡਾਕਟਰ ਅੰਬੇਦਕਰ ਜਿਹੜੀ ਸੰਵਿਧਾਨ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ, ਪਰ ਜਿਹੜੀ ਓਵਰਆਲ ਸੰਵਿਧਾਨ ਬਣਾਉਣ ਵਾਲੀ ਸੰਸਥਾ ਉਹਦੇ ਡਾਕਟਰ ਰਜਿੰਦਰ ਪ੍ਰਸਾਦ ਚੇਅਰਮੈਨ ਸੀ। ਔਰ ਬੜੀਆਂ ਗੱਲਾਂ ਤੇ ਡਿਫਰੈਂਸ ਵੀ ਰਹੇ, ਜਿਵੇਂ ਦਲਿਤਾਂ ਦੇ ਸਵਾਲ ਤੇ ਹੀ ਸੀਗਾ। ਉਹ ਕਹਿੰਦੇ ਸੀ ਲਗਾਤਾਰ ਉਹਨਾਂ ਦੀ ਡਿਬੇਟ ਚੱਲਦੀ ਆ ਰਹੀ ਸੀ ਮਹਾਤਮਾ ਗਾਂਧੀ ਦੇ ਨਾਲ। ਜਿਹੜਾ ਜਾਤ ਪਾਤ ਦਾ ਬੀਜਨਾਸ਼, ਉਹਨਾਂ ਦਾ ਇੱਕ ਲੈਕਚਰ ਸੀ ਜਿਹੜਾ ਨਹੀਂ ਕਿਤੇ ਹੋਇਆ। ਉਸ ਤੋਂ ਬਾਅਦ ਹੁਣ ਦੁਬਾਰਾ ਕੁਝ ਸਮਾਂ ਪਹਿਲਾਂ ਉਹ ਕਿਤਾਬ ਦੁਬਾਰਾ ਛਪੀ ਆ ਅਰੁੰਧਤੀ ਰਾਏ ਦੇ ਫਾਰਵਰਡ ਦੇ ਨਾਲ, ਕਿ ਉਹਨਾਂ ਨੇ ਉਹਨੂੰ ਪੇਸ਼ ਕੀਤਾ ਕਿ ਮਹਾਤਮਾ ਗਾਂਧੀ ਤੇ ਡਾਕਟਰ ਅੰਬੇਦਕਰ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਜੋ ਬਹਿਸ ਚੱਲ ਰਹੀ ਸੀ, ਉਦੋਂ ਉਹਨਾਂ ਨੇ ਦਲਿਤਾਂ ਲਈ ਵੀ ਇੱਕ ਅਲੱਗ ਚੋਣ ਹਲਕਿਆਂ ਦੀ ਮੰਗ ਕੀਤੀ ਸੀ। ਉਦੋਂ ਮਹਾਤਮਾ ਗਾਂਧੀ ਨੇ ਮਰਤ ਵੀ ਰੱਖਿਆ ਤੇ ਫਿਰ ਇੱਕ ਅੰਡਰ ਪ੍ਰੈਸ਼ਰ ਇਹ ਰਾਖਵੇਂ ਕਰਨ ਵਾਲੀ ਇੱਕ ਗੱਲ ਨਿਕਲ ਆਈ ਉਹਦੇ ਵਿੱਚੋਂ ਅਲੱਗ ਟਾਈਪ ਦੀ। ਪਰ ਫਿਰ ਵੀ ਉਸ ਸੰਵਿਧਾਨ ਦੇ ਵਿੱਚ ਵੀ ਘੱਟ ਗਿਣਤੀਆਂ ਨੂੰ ਪਹਿਲਾਂ ਵੀ, ਜਿਵੇਂ ਜਦੋਂ ਸੰਵਿਧਾਨ ਲਾਗੂ ਹੋਇਆ ਉਦੋਂ ਮਿਨੋਰਟੀ ਕਮੇਟੀ ਬਣਾਈ ਸੀ ਇੱਕ ਘੱਟ ਗਿਣਤੀਆਂ ਨਾਲ ਸੰਬੰਧਿਤ ਬੰਦਿਆਂ ਦੀ। ਉਹਦੀ ਜਿਹੜੀ ਡਰਾਫਟਿੰਗ ਸੀ ਕਮੇਟੀ ਸੀ, ਉਹਦੀ ਜਿਹੜੀ ਰਿਪੋਰਟ ਆ ਉਹ ਰੱਦੀ ਦੀ ਟੋਕਰੀ 'ਚ ਸੁੱਟ ਦਿੱਤੀ ਗਈ। ਉਹਨੂੰ ਨਹੀਂ ਦੇਖਿਆ ਗਿਆ, ਬਹੁਤਾ ਪ੍ਰਵਾਨ ਨਹੀਂ ਕੀਤਾ ਗਿਆ। ਇਸੇ ਕਰਕੇ ਦੋ ਸਿੱਖ ਆਗੂ ਜਿਹੜੇ ਉਹਦੇ ਵਿੱਚ ਲਏ ਸੀ, ਉਹਨਾਂ ਦੇ ਦਸਤਖਤ ਨਹੀਂ ਆ ਉਹਦੇ ਤੇ। ਬਾਰ-ਬਾਰ ਗੱਲ ਹੁੰਦੀ ਰਹੀ ਹੈ ਕਿ ਉਹਨਾਂ ਨੇ ਇਹਨੂੰ ਕਹਿਤਾ ਸੀ ਕਿ ਇਹ ਪ੍ਰਵਾਨ ਕਰਨਯੋਗ ਨਹੀਂ। ਪਰ ਫਿਰ ਵੀ ਇਹਦੇ ਬਾਵਜੂਦ ਜਿਹੜਾ ਸੰਵਿਧਾਨ ਦੇ ਵਿੱਚ ਫੈਡਰਲਿਜ਼ਮ ਦਾ ਅੰਸ਼ ਸੀਗਾ ਜਾਂ ਬਾਕੀ ਚੀਜ਼ਾਂ ਜਿੰਨੀਆਂ ਵੀ ਆਈਆਂ, ਜਿੰਨੇ ਮਨੁੱਖੀ ਅਧਿਕਾਰਾਂ ਬਾਰੇ ਘੱਟੋ ਘੱਟ ਬੁਨਿਆਦੀ ਹੱਕ ਉਹਦੇ 'ਚ ਸ਼ਾਮਿਲ ਕੀਤੇ, ਉਹਨਾਂ ਤੇ ਵੀ ਅਮਲ ਜਿਹੜਾ ਉਹ ਲਗਾਤਾਰ ਅਮਲ ਵੀ ਨਹੀਂ ਹੁੰਦਾ ਰਿਹਾ ਪ੍ਰੋਪਰ। ਤੇ ਨਾਲ ਦੀ ਨਾਲ ਜਿਹੜਾ ਹੁਣ ਸੰਵਿਧਾਨ ਗਰੰਟੀਆਂ ਦਿੰਦਾ ਹੈ, ਉਹ ਗਰੰਟੀਆਂ ਨੂੰ ਵੀ ਲਗਾਤਾਰ ਖੋਰਾ ਲੱਗਦਾ ਹੈ। ਜਿਵੇਂ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦਿੱਤੇ ਹੋਏ ਨੇ ਸੰਵਿਧਾਨ ਦੇ ਵਿੱਚ, ਜਿਹੜੇ ਸਿਧਾਂਤ ਇਹ ਹੈ ਵੀ ਰਾਜ ਇਹਨਾਂ ਇਸ ਦਿਸ਼ਾ ਦੇ ਵਿੱਚ ਚੱਲੇਗਾ। ਉਹਦੇ ਵਿੱਚ ਹਰ ਕਿਸਮ ਦੀ ਬਰਾਬਰੀ ਦਾ ਸਵਾਲ, ਵਿਦਿਆ ਦੇ ਮਾਮਲੇ 'ਚ, ਸਿਹਤ ਦੇ ਮਾਮਲੇ 'ਚ, ਸਾਰੇ ਮਾਮਲਿਆਂ ਦੇ ਵਿੱਚ। ਪਰ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਵਿਦਿਆ ਦੀ ਬਰਾਬਰੀ ਖਤਮ ਹੋ ਗਈ। ਜਦੋਂ ਤੋਂ ਤੁਸੀਂ ਪ੍ਰਾਈਵੇਟ ਸਕੂਲਾਂ ਨੂੰ ਖੁੱਲਾ ਮੌਕਾ ਦੇਣ ਲੱਗ ਗਏ, ਤਾਂ ਹੁਣ ਜੇ ਸਕੂਲਾਂ ਦਾ ਹਾਲ ਦੇਖਦੇ ਆ ਤਾਂ ਗਵਰਨਮੈਂਟ ਸਕੂਲਾਂ 'ਚ ਤਾਂ ਕੇਵਲ ਦਲਿਤਾਂ ਦੇ ਜਾਂ ਬਹੁਤ ਗਰੀਬ ਲੋਕਾਂ ਦੇ ਬੱਚੇ ਰਹਿ ਗਏ ਨੇ ਤੇ ਬਾਕੀ ਸਕੂਲ ਅਲੱਗ ਟਾਈਪ ਦੇ ਹੋ ਗਏ। ਇਸੇ ਤਰ੍ਹਾਂ ਹਸਪਤਾਲਾਂ ਦੇ ਸਿਹਤ ਦੇ ਮਾਮਲੇ ਦੇ ਵਿੱਚ ਜਦੋਂ ਤੁਸੀਂ ਸਿਹਤ ਨੂੰ ਦਾ ਨਿੱਜੀਕਰਨ ਕਰਤਾ ਤਾਂ ਸਰਕਾਰੀ ਹਸਪਤਾਲਾਂ ਵੱਲ ਧਿਆਨ ਘੱਟ ਚਲਾ ਗਿਆ ਤੇ ਬਾਕੀ ਜਿਹਦੀ ਜੇਬ 'ਚ ਪੈਸੇ ਨੇ ਉਹ ਇਹੋ ਜਿਹੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾ ਲਓ, ਜਿਹਦੇ 'ਚ ਨਹੀਂ ਹੈ ਉਹ ਖਰਾਇਤੀ ਹਸਪਤਾਲ ਦੇ ਵਿੱਚ ਮਤਲਬ ਜ਼ਿੰਦਗੀ ਤੇ ਮੌਤ ਦੀ ਲੜਾਈ ਲੜੋ। ਉਹ ਸਭ ਦੇ ਸਾਹਮਣੇ ਹੈ। ਕਿੰਨੀਆਂ ਹੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੰਵਿਧਾਨ ਦੇ ਵਿੱਚ ਦਿਸ਼ਾ ਗਵਰਨਮੈਂਟਾਂ ਨੂੰ ਦਿੱਤੀ ਗਈ ਸੀ, ਅੱਜ ਤਾਂ ਸਾਰਾ ਹੀ ਦਾਰੋਮਦਾਰ ਇਹਦੇ ਤੇ ਖੜਾ ਕਿ ਹੁਣ ਤਾਂ ਮੁੜ ਕੇ ਤੁਸੀਂ ਸਾਰਾ ਹੀ ਕੁਝ ਹੀ ਕਾਰਪੋਰੇਟ ਦੇ ਹਵਾਲੇ ਕਰਨ ਲੱਗੇ। ਜਿਹੜੇ ਟੋਟਲ ਖਿਲਾਫਤ ਹੋ ਰਹੀ ਹੈ, ਜਿਹੜੇ ਅੰਦੋਲਨ ਹੋ ਰਹੇ ਨੇ, ਉਹ ਸਾਰਾ ਤੇ ਇਹਦੇ 'ਚ ਘੱਟ ਗਿਣਤੀਆਂ ਦੇ ਹੱਕਾਂ ਦਾ ਸਵਾਲ ਵੀ ਸੀ। ਉਹਨਾਂ ਸਵਾਲਾਂ ਤੇ ਵੀ ਤੁਸੀਂ ਦੇਖੋ ਕਿ ਲਗਾਤਾਰ ਇੱਕ ਤਾਂ ਕੇਂਦਰ ਸਰਕਾਰ ਲਗਾਤਾਰ ਸ਼ੁਰੂ ਤੋਂ ਲੈ ਕੇ ਤਾਕਤਾਂ ਦਾ ਕੇਂਦਰੀਕਰਨ ਕਰਦੀ ਆ ਰਹੀ ਹੈ। ਦੂਜਾ, ਬਹੁ ਗਿਣਤੀ ਧਰਮ ਦੀਆਂ ਵੋਟਾਂ ਲੈਣ ਲਈ ਦੂਜਿਆਂ ਦੇ ਖਿਲਾਫ ਉਹ ਪੱਤਾ ਵਰਤਦੀ ਰਹੀ। ਇਹਨੂੰ 84 ਦੇ ਵਿੱਚ ਕਾਂਗਰਸ ਨੇ ਵਰਤਿਆ ਸਿੱਖਾਂ ਦੇ ਖਿਲਾਫ, ਸਿੱਖਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਕਹਿ ਕੇ। ਜਿਹੜਾ ਅਕਾਲੀਆਂ ਦਾ ਇੱਕ ਸ਼ਾਂਤਮਈ ਮੋਰਚਾ ਸੀ, ਉਹਦੇ ਖਿਲਾਫ ਇੱਕ ਧਾਰਨਾ ਬਣਾ ਕੇ ਪੂਰੀਆਂ ਵੋਟਾਂ ਲਈਆਂ ਦੇਸ਼ ਦੇ ਵਿੱਚੋਂ।
ਉਨੀਆਂ ਸੀਟਾਂ 432 ਦੇ ਕਰੀਬ ਨਾ ਹਜੇ ਮੋਦੀ ਨੂੰ ਆਈਆਂ ਨੇ, ਨਾ ਕਦੇ ਨਹਿਰੂ ਨੂੰ ਆਈਆਂ ਸੀ ਜਿੰਨੀਆਂ ਰਾਜੀਵ ਗਾਂਧੀ ਵੇਲੇ ਉਦੋਂ ਆ ਗਈਆਂ ਸੀ। ਔਰ ਇਸੇ ਤਰ੍ਹਾਂ ਬਾਬਰੀ ਮਸਜਿਦ ਦਾ ਕੁੰਡਾ ਖਿਲਾਉਣਾ ਇਹ ਵੀ ਰਾਜੀਵ ਗਾਂਧੀ ਦੇ ਵੇਲੇ ਹੋ ਗਿਆ ਸੀ। ਫਿਰ ਉਹਨੂੰ ਬੀਜੇਪੀ ਨੇ ਖੁੱਲ੍ਹੇਆਮ ਵਰਤਣਾ ਸ਼ੁਰੂ ਕਰਤਾ, ਉਸੇ ਹਿੰਦੂਤਵ ਦੇ ਪੋਲਿਟਿਕਸ ਨੂੰ। ਹੁਣ ਉਸੇ ਕਰਕੇ ਜਿਹੜੀਆਂ ਵੀ ਚੀਜ਼ਾਂ ਨੇ ਉਹ ਕਹਿੰਦੇ ਨੇ ਸਾਡੇ ਨਾਲ ਦੇ ਲੋਕ, ਜਿਹੜਾ ਤੁਸੀਂ ਪਹਿਲਾਂ ਇੱਕ ਕੋਟੇਸ਼ਨ ਗੱਲ ਕੀਤੀ ਨਾ ਕਿ ਜਦੋਂ ਧਰਮ ਰਾਜਨੀਤੀ 'ਚ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਚੀਜ਼ਾਂ ਵਿਗੜਦੀਆਂ ਨੇ। ਫਿਰ ਬੀਜੇਪੀ ਨੇ ਤਾਂ ਜੈ ਸ਼੍ਰੀ ਰਾਮ ਦਾ ਖੁੱਲਾ ਸਿਸਟਮ ਸਾਰਾ ਕੁਝ ਵਰਤਣਾ ਸ਼ੁਰੂ ਕੀਤਾ, ਔਰ ਉਹਨੇ ਫਿਰ ਇੱਕ ਜਿਹੜੀ ਹਿੰਦੂ ਹਜੂਮ ਪੈਦਾ ਕਰਕੇ, ਮਤਲਬ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰਦੇ ਹੋ ਉਦੋਂ ਲੋਕ ਦਲੀਲ ਤੇ ਗੱਲ ਨਹੀਂ ਕਰਦੇ, ਉਦੋਂ ਲੋਕ ਫਿਰ ਇੱਕ ਭੀੜ ਬਣ ਜਾਂਦੇ ਤੇ ਉਹ ਭੀੜ ਦੇ ਚੱਕਰ ਦੇ ਵਿੱਚ ਫਿਰ ਤੁਸੀਂ ਜਿੱਤਦੇ ਗਏ, ਹੋਰ ਹੰਕਾਰ ਹੋ ਗਿਆ ਉਸੇ ਪਾਸੇ ਵੱਲ, ਤੁਸੀਂ ਰਾਜਾਂ ਦੀ ਘੱਡੀ ਵੀ ਮਰੋੜਦੇ ਗਏ ਤੇ ਘੱਟ ਗਿਣਤੀਆਂ। ਔਰ ਇਸੇ ਚ ਇਹ ਦੋ ਵੱਡੇ ਕੁਐਸਚਨ ਨੇ ਇਸ ਸਮੇਂ ਜਿਹੜੇ ਜਿਨ੍ਹਾਂ ਤੇ ਗੱਲ ਹੋ ਰਹੀ ਹੈ ਔਰ ਗੱਲ ਹੋਣੀ ਚਾਹੀਦੀ ਹੈ ਦੇਸ਼ ਦੇ ਵਿੱਚ। ਮਤਲਬ ਬੀਜੇਪੀ ਇਹ ਕਹਿ ਰਹੀ ਹੈ ਕਿ ਮੈਂ ਵਿਚਾਰਧਾਰਕ ਤੌਰ ਤੇ ਅਸੀਂ ਜਿੱਤ ਚੁੱਕੇ ਹਾਂ। ਕਿਵੇਂ ਜਿੱਤ ਚੁੱਕੇ ਹਾਂ? ਉਹ ਕਹਿੰਦੇ ਜੇਕਰ ਰਾਹੁਲ ਗਾਂਧੀ ਹੈ ਉਹ ਮੰਦਰ ਜਾਣ ਲਾਤਾ ਅਸੀਂ ਕਿ ਪਹਿਲਾਂ ਮੰਦਰ ਚ ਜਾਓ। ਅਸੀਂ ਕੇਜਰੀਵਾਲ ਜਦੋਂ ਆ ਚੋਣ ਲੜ ਕੇ ਹਟਿਆ ਪਿਛਲੀ, ਹਰ ਬੰਦਾ ਪਹਿਲਾਂ ਮੰਦਰ ਜਾਂਦਾ ਸੀ ਫਿਰ ਕੰਪੇਨ ਸ਼ੁਰੂ ਕਰਦਾ ਸੀ। ਤੇ ਇਸੇ ਤਰ੍ਹਾਂ ਮਮਤਾ ਬੈਨਰਜੀ ਜਿਹੜੀ ਉਹਦੇ ਖਿਲਾਫ ਪੂਰੀ ਦਲੇਰੀ ਨਾਲ ਖੜੀ, ਉਹਨੂੰ ਵੀ ਕਹਿੰਦੇ ਅਸੀਂ ਮਜਬੂਰ ਕਰਤਾ ਹਨੂਮਾਨ ਚਾਲੀਸਾ ਜਿਹੜੇ ਸਟੇਜਾਂ ਤੋਂ ਪੜ੍ਹਨ ਦੇ ਵਾਸਤੇ। ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੈ ਕਿ ਕਿਉਂਕਿ ਉਹ ਹਿੰਦੂਤਵ ਦੀ ਸਿਆਸਤ ਨੂੰ ਇੱਥੇ ਤੱਕ ਦੱਬ ਕੇ ਲੈ ਗਏ ਕਿ ਬਾਕੀ ਦੀਆਂ ਜਿਹੜੀਆਂ ਪਛਾਣਾਂ ਸੀ ਜਾਂ ਸੰਵਿਧਾਨ ਜਿਹੜੀ ਇੱਕ ਇਜਾਜ਼ਤ ਦਿੰਦਾ ਹੈ ਬਨਸਬਨਤਾ ਦੀ, ਡਿਵਰਸਿਟੀ ਦੀ, ਆਪੋ ਆਪਣੇ ਧਰਮਾਂ, ਆਪੋ ਆਪਣੀਆਂ ਬੋਲੀਆਂ, ਆਪੋ ਆਪਣੀਆਂ ਪਛਾਣਾਂ ਨੂੰ ਕਾਇਮ ਰੱਖਣ ਦੀ, ਤੁਸੀਂ ਤਾਂ ਉਹਦੇ ਖਿਲਾਫ ਵਰਤਾਂਤ ਬਣਾਤਾ। ਕਿਉਂਕਿ ਉਹਦੇ ਖਿਲਾਫ ਵਰਤਾਂਤ ਬਣਾਉਣ ਚੋਂ ਫਿਰ ਇਹ ਨਿਕਲਦਾ ਇੱਕ ਦੇਸ਼ ਇੱਕ ਚੋਣ, ਉਹਦੇ ਚੋਂ ਨਿਕਲਦਾ ਇੱਕ ਦੇਸ਼ ਇੱਕ ਬੋਲੀ, ਇੱਕ ਦੇਸ਼ ਇੱਕ ਧਰਮ, ਇੱਕ ਦੇਸ਼ ਇੱਕ ਮੰਡੀ, ਸਾਰਾ ਕੁਝ ਉਸ ਸਾਰੇ ਮਾਹੌਲ ਚੋਂ। ਔਰ ਜੇਕਰ ਆਪਾਂ ਦੇਖੀਏ ਕਿ ਪਹਿਲਾਂ ਦਸੰਬਰ 2019 ਚ ਨਾਗਰਿਕ ਸੋਧ ਬਿੱਲ ਦੇ ਖਿਲਾਫ ਮੁਸਲਮਾਨਾਂ ਦੇ ਵਰਗ ਨੂੰ ਇਹ ਮਹਿਸੂਸ ਹੋਇਆ ਕਿ ਸਾਡੇ ਨਾਲ ਧੱਕਾ ਸਿੱਧਾ ਹੋ ਗਿਆ ਹੁਣ, ਕਿਉਂਕਿ ਤੁਸੀਂ ਨਾਗਰਿਕਤਾ ਦੇ ਸਵਾਲ ਤੇ ਕਰਤਾ, ਇਹ ਗੈਰ ਸੰਵਿਧਾਨਕ ਔਰ ਗੈਰ ਸੰਵਿਧਾਨਕ ਹੋਣ ਦੇ ਕਰਕੇ ਉਹਨਾਂ ਨੇ ਇੱਕ ਮੋਰਚਾ ਵੀ ਲਾਇਆ ਜਿਹੜਾ ਸ਼ਾਹੀਨ ਬਾਗ ਦੇ ਮੋਰਚੇ ਦੇ ਰੂਪ ਦੇ ਵਿੱਚ ਸਾਹਮਣੇ ਆਇਆ। 101 ਦਿਨ ਬੀਬੀਆਂ ਦੀ ਅਗਵਾਈ ਵਾਲਾ ਉਹ ਮੋਰਚਾ ਚੱਲਿਆ, ਕਰੋਨਾ ਦੀ ਆੜ ਚੋਂ ਖਤਮ ਕਰ ਦਿੱਤਾ ਗਿਆ। ਔਰ ਉਦੋਂ ਬਾਅਦ ਕਰੋਨਾ 'ਚ ਹੀ ਫਿਰ ਇਹ 3 ਕਾਨੂੰਨ ਲਿਆਂਦੇ ਗਏ ਜਿਹੜੇ 3 ਆਰਡੀਨੈਂਸ ਖੇਤੀ ਦੇ ਬਾਰੇ, ਪਰ ਉਹ ਅਲੱਗ ਸਵਾਲ ਸੀ ਕਿ ਕਰੋਨਾ ਦੇ ਬਾਵਜੂਦ ਇੱਕ ਲਹਿਰ ਬਣ ਗਈ, ਇੱਕ ਅੰਦੋਲਨ ਉਸ ਪੱਧਰ ਦੇ ਉੱਤੇ ਬਣ ਗਿਆ। ਇਸ ਕਰਕੇ ਜਿਹੜਾ ਸੰਵਿਧਾਨ ਦੀ ਦਿਸ਼ਾ ਸੀ ਤੇ ਸੰਵਿਧਾਨ ਦੀ ਭਾਵਨਾ ਸੀ ਉਹਦੇ ਉਲਟ ਨੇ ਸਾਰੀ, ਨੋਟਬੰਦੀ ਉਹਦੇ ਉਲਟ ਹੈ, GST ਉਹਦੇ ਉਲਟ ਹੈ, ਨਾਗਰਿਕ ਸੋਧ ਬਿੱਲ ਉਹਦੇ ਉਲਟ ਹੈ, ਕਿਰਤ ਕਾਨੂੰਨਾਂ ਦੀਆਂ ਧੱਜੀਆਂ ਜਿਹੜੀਆਂ ਉਡਾਤੀਆਂ, ਜਿਹੜੀਆਂ ਗਰੰਟੀਆਂ ਸੰਵਿਧਾਨ 'ਚ ਦਿੱਤੀਆਂ ਸੀ ਉਹ ਸੰਵਿਧਾਨ ਦੇ ਮੁਤਾਬਕ ਬਣੇ ਕਾਨੂੰਨਾਂ 'ਚ, ਉਹ ਤੁਸੀਂ ਖਤਮ ਕਰਤਾ। ਖੇਤੀ ਦੇ ਕਾਨੂੰਨ ਤੁਸੀਂ ਲਿਆਂਦੇ ਹੋ। UAPA ਤੇ ਜਿਹੜਾ NIA ਹੈ ਇਹ ਸੰਵਿਧਾਨ ਦੀ ਉਸ ਬੁਨਿਆਦੀ ਗਰੰਟੀ ਦੇ ਖਿਲਾਫ ਹੈ। NSA ਵੀ ਲਾਗੂ, ਪਿਛਲੇ ਦਿਨਾਂ 'ਚ ਹਾਈ ਕੋਰਟ ਦਾ ਜਿਹੜਾ ਮਾਮਲਾ ਆਇਆ UP ਦਾ, ਇਲਾਹਾਬਾਦ ਹਾਈ ਕੋਰਟ ਦਾ, ਔਰ ਇੰਡੀਅਨ ਐਕਸਪ੍ਰੈਸ ਨੇ 2 ਪੜਾਵਾਂ 'ਚ ਉਹ ਸੀਰੀਜ਼ ਛਾਪੀ ਸੀ, 2 ਸਟੋਰੀਆਂ ਲੱਗੀਆਂ ਸੀ ਜਿਹਦੇ 'ਚ ਉਹਨੇ ਕਿਹਾ ਕਿ 120 ਕਾਨੂੰਨ ਜਿਹੜੇ NSA ਦੇ ਤਹਿਤ ਜਿਹੜੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਉਹਦੇ 'ਚੋਂ 70% ਬਿਲਕੁਲ ਜਾਲੀ ਤੇ ਬੋਗਸ ਨੇ ਤੇ ਬੰਦਿਆਂ ਨੂੰ 3-3 ਸਾਲ ਤੁਸੀਂ ਉਹੀ ਅੰਦਰ ਬੰਦ ਧੱਕ ਕੇ ਰੱਖਤਾ। ਜਿਵੇਂ ਪੰਜਾਬ ਦੇ ਵਿੱਚ ਜਦੋਂ ਖੜਕੂਬਾਦ ਦਾ ਦੌਰ ਸੀ, ਜੇ ਤੁਸੀਂ ਸਾਰੀਆਂ FIR ਪੜ੍ਹਦੇ ਹੋ ਨਾ, FIR ਇੱਕੋ ਹੀ ਹੈ ਜਿਵੇਂ ਪ੍ਰੋਫਾਰਮਾ ਭਰਿਆ ਹੁੰਦਾ, ਉਹ 'ਚ ਨਾਮ ਹੀ ਦੂਜੇ ਭਰਨੇ ਨੇ, ਕਿਹੜੇ ਪੁਲ ਤੇ ਨਾਕਾ ਸੀ, ਕਿੱਥੋਂ ਪੜਿਆ ਗਿਆ, ਕਿਵੇਂ ਆਏ ਆ, ਉਹ ਸਾਰੇ ਬੰਦਿਆਂ ਦਾ। ਉਸੇ ਤਰ੍ਹਾਂ ਹੀ ਉਹ ਕਹਿੰਦੇ ਵੀ ਇਹੋ ਜਿਹਾ ਸਿਸਟਮ ਜਿਹੜਾ ਤੁਸੀਂ ਇਹਨਾਂ ਮੁਕੱਦਮਿਆਂ ਦਾ ਕੀਤਾ। ਪੁਲਿਸ ਨੇ ਇੱਕ ਪ੍ਰੋਫਾਰਮਾ ਬਣਾਇਆ ਜਿਹੜਾ ਅਦਾਲਤ ਘੱਟ ਗਿਣਤੀਆਂ ਜਾਂ ਵੱਖ-ਵੱਖ ਵਿਚਾਰਾਂ ਦੇ ਬੰਦੇ ਨੇ, ਉਹਦੇ ਤੇ ਤੁਸੀਂ ਦੇਸ਼ ਧਰੋ ਦੇਸ਼ ਨੂੰ ਖਤਰੇ ਦਾ ਇੱਕ ਭਰ ਕੇ ਅੰਦਰ ਬੰਦ ਕਰ ਦਿੰਦੇ ਹੋ। ਔਰ ਨਾਲ ਇਹ ਵੀ ਆ, ਉਹ ਕਹਿੰਦੇ ਵੀ ਤੁਸੀਂ ਉਸ ਕਾਨੂੰਨ ਦੇ ਵਿੱਚ ਬੰਦੇ ਦਾ ਇਹ ਹੱਕ ਵੀ ਖੋਲਿਆ ਕਿ ਉਹ ਜ਼ਮਾਨਤ ਕਰਾ ਸਕਦਾ ਹੈ। ਜੇ ਕਿਸੇ ਨੇ ਜ਼ਮਾਨਤ ਕਿਸੇ ਤਰੀਕੇ ਲੈ ਲਈ, ਜ਼ਮਾਨਤ ਹੋਣ ਦੇ ਬਾਵਜੂਦ ਉਹਨਾਂ ਨੂੰ ਜੇਲ੍ਹਾਂ 'ਚ 300 ਦਿਨ ਰੱਖਿਆ ਗਿਆ ਤੇ ਉਹਦੇ 'ਚ ਕੇਵਲ ਹੈਬੀਅਸ ਕਾਰਪਸ ਹੀ ਤੁਸੀਂ ਜਾ ਸਕਦੇ ਹੋ ਕੋਰਟ ਦੇ ਵਿੱਚ। ਨਾਲ ਇਹ ਕਹਿਤਾ ਵੀ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਜ਼ਿਲ੍ਹਾ ਮੈਜਿਸਟ੍ਰੇਟ ਉਹ ਗਲਤ ਕਰਦੇ, ਠੀਕ ਕਰਦੇ, ਇਸ ਕਾਨੂੰਨ ਦੇ ਤਹਿਤ ਕੀਤੀ ਗਈ ਕਾਰਵਾਈ ਲਈ ਉਹਦੀ ਸ਼ਿਕਾਇਤ ਨਹੀਂ ਹੋ ਸਕਦੀ। ਤੁਸੀਂ ਖੁੱਲਾ ਮਤਲਬ ਇੱਕ ਬੰਦੇ ਨੂੰ ਇੰਨੇ ਤਾਕਤ ਦਿੱਤੀ ਹੈ। ਸੰਵਿਧਾਨ ਤਾਂ ਨਹੀਂ ਕਹਿੰਦਾ, ਸੰਵਿਧਾਨ ਤਾਂ ਹਰ ਅਫਸਰ ਨੂੰ ਤੇ ਹਰ ਚੀਜ਼ ਨੂੰ ਮਤਲਬ ਉਹਦੇ ਪ੍ਰਤੀ ਜਵਾਬਦੇਹ ਬਣਾਉਣ ਦੀ ਗੱਲ ਤੇ ਇਸ ਲਈ ਇਹ ਜਿਹੜੇ ਸਾਰੇ ਕਾਨੂੰਨ ਨੇ, ਪਹਿਲਾਂ ਪੋਟਾ ਸੀ, ਨੋਟਾ ਸੀ ਤੇ ਇਹ ਸਾਰੇ
ਜਿਹੜੇ NSA ਹੈ ਜਾਂ ਜਿਹੜਾ ਹੁਣ ਇਹ ਬਣਿਆ ਹੋਇਆ UAPA ਹੈ, NIA, ਇਹ ਸੰਵਿਧਾਨ ਦੀ ਭਾਵਨਾ ਦੇ ਤੇ ਸੰਵਿਧਾਨ ਦੇ ਉਲਟ ਨੇ। ਇਹਦੇ ਮੁਕੱਦਮੇ ਸੁਪਰੀਮ ਕੋਰਟ 'ਚ ਪਏ ਨੇ, ਪਟੀਸ਼ਨਾਂ ਪਈਆਂ ਹੋਈਆਂ ਨੇ, ਸੁਪਰੀਮ ਕੋਰਟ ਸੁਣਵਾਈ ਨਹੀਂ ਕਰ ਰਹੀ, ਤਾਂ ਫਿਰ ਸੰਵਿਧਾਨ ਲਾਗੂ ਕਿੱਥੇ ਹੈ? ਜੇ ਕਿਸੇ ਨੂੰ ਤਕਲੀਫ ਹੈ, ਕਿਸੇ ਬੰਦੇ ਨੂੰ ਇਹ ਤਕਲੀਫ ਆਉਂਦੀ ਹੈ ਕਿ ਸਰਕਾਰ ਨੇ ਗਲਤ ਕਾਨੂੰਨ ਬਣਾਏ, ਮੈਂ ਕੋਰਟ ਦੇ ਕੋਲ ਹੀ ਜਾ ਕੇ ਆਪਣਾ ਨਿਆਂ ਮੰਗ ਸਕਦਾ, ਅਦਾਲਤ ਦੇ ਕੋਲੇ। ਅਦਾਲਤ ਦੇ ਜੰਮੂ ਕਸ਼ਮੀਰ ਤੋੜਤਾ, 370 ਧਾਰਾ ਖਤਮ ਕਰਕੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੰਡਤਾ, ਉਹਨਾਂ ਦੀਆਂ ਕਿੰਨੀਆਂ ਪਟੀਸ਼ਨਾਂ ਪਈਆਂ ਨੇ। ਜੇ ਹੁਣ ਉਹਦੀ ਸਾਲਾਬੱਧੀ ਸੁਣਵਾਈ ਨਹੀਂ ਹੋ, ਸੁਪਰੀਮ ਕੋਰਟ ਸੁਣੇ ਤਾਂ ਸਹੀ ਨਾ, ਚਾਹੇ ਉਹਦਾ ਗਲਤ ਕਹਿ ਦੇ ਚਾਹੇ ਠੀਕ ਕਹਿ ਦੇ, ਅਲੱਗ ਸਵਾਲ। ਅਗਲਾ ਕਹਿੰਦਾ ਅਦਾਲਤ 'ਚ। ਇਸੇ ਲਈ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਕਿ ਸੁਰਜੀਤ ਪਾਤਰ ਉਹ ਠੀਕ ਕਹਿੰਦੇ ਨੇ, ਉਦੋਂ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦੇ ਸੁਣਦੇ ਥੱਕ ਗਏ, ਔਰ ਉਹ ਸਾਰੇ ਇਸੇ ਲਈ ਅਦਾਲਤਾਂ 'ਚ ਬਿਰਖ ਹੋ ਗਏ। ਤਾਂ ਉਹਨਾਂ 'ਚ ਬੇਭਰੋਸਗੀ, ਉਹਨਾਂ 'ਚ ਬੇਚੈਨੀ, ਤੇ ਉਹ ਸਾਰੀ ਇੱਕ ਸਿਸਟਮ ਦੇ ਖਿਲਾਫ ਜਿਹੜਾ ਇੱਕ ਮਾਈਂਡਸੈਟ ਹੈ ਉਹ ਬਣਦਾ, ਤੇ ਗਰੀਬ ਬੰਦਾ ਦਬ ਕੇ ਰਹਿ ਜਾਂਦਾ, ਸ਼ੋਸ਼ਣ ਕਰਾਉਂਦਾ, ਜਾਂ ਫਿਰ ਉਹਦੇ ਚੋਂ ਕੁਝ ਮੂਵਮੈਂਟਾਂ ਉਸ ਪੱਧਰ ਦੀਆਂ ਜਨਮ ਲੈਂਦੀਆਂ ਨੇ। ਇਸ ਸਪਿਰਿਟ ਨੂੰ ਪੂਰੀ ਤਰ੍ਹਾਂ ਖਤਮ ਕਰਤਾ। ਡਾਕਟਰ ਅੰਬੇਦਕਰ ਨੇ ਇਹ ਵੀ ਕਿਹਾ ਸੀ ਕਿ ਜਿਹੋ ਜਿਹਾ ਸੰਵਿਧਾਨ ਬਣਿਆ, ਜੇ ਠੀਕ ਤਰ੍ਹਾਂ ਲਾਗੂ ਕਰਨ ਵਾਲੇ ਬੰਦਿਆਂ ਦੇ ਹੱਥ 'ਚ ਨਾ ਰਿਹਾ ਤਾਂ ਇਹ ਬਹੁਤ ਖਤਰਨਾਕ ਹੋਏਗਾ। ਸਭ ਤੋਂ ਪਹਿਲਾਂ ਮੈਂ ਆਦਮੀ ਹੋਊਗਾ ਜਿਹੜਾ ਇਹਨੂੰ ਅੱਗ ਲਾਉਣ ਦੀ ਗੱਲ ਕਰੂੰਗਾ ਕਿ ਇਹ ਨਹੀਂ ਉਸ ਲੈਵਲ ਤੇ ਚੱਲ ਸਕਦਾ, ਉਹਨਾਂ ਵੀ ਜਿੰਨਾ ਦਿੱਤਾ ਗਿਆ, ਮਤਲਬ ਉਹਦੇ ਵਿੱਚ ਵੀ ਕਿਵੇਂ ਲਾਗੂ ਕਰਨਾ, ਕਿਹੜੇ ਬੰਦਿਆਂ ਦੇ ਉਹ ਹੱਥ 'ਚ ਆਉਣਾ। ਔਰ ਉਹ ਲੱਗਦਾ ਡਾਕਟਰ ਅੰਬੇਦਕਰ ਦੀ ਭਾਵਨਾ ਦੇ ਵੀ ਖਿਲਾਫ ਬੰਦਿਆਂ ਦੇ ਹੱਥ 'ਚ ਉਹ ਲਗਾਤਾਰ ਜਾ ਰਿਹਾ ਹੈ। ਔਰ ਤੁਸੀਂ ਹੁਣੇ ਦੇਖ ਲਓ, ਕੋਰੋਨਾ ਦਾ ਦੌਰ ਹੈ, ਮਨ ਜੀ, ਉਹਨਾਂ 'ਚ ਸੰਵਿਧਾਨ ਤਾਂ ਕਹਿੰਦਾ ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਨੇ। ਜੇ ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਨੇ ਤਾਂ ਮੋਦੀ, ਅਮਿਤ ਸ਼ਾਹ ਤੇ ਹੋਰ ਪਾਰਟੀਆਂ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੀਆਂ ਨੇ, ਰੋਡ ਸ਼ੋਅ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਉਹਦਾ ਇੱਥੋਂ ਸਿੰਘ ਜੀ ਇੱਕ ਰਿਪੋਰਟ ਆ ਰਹੀ ਸੀ ਕਿ ਜਿਹੜਾ ਕੁੰਭ ਦਾ ਹੋ ਰਿਹਾ, ਹਜ਼ਾਰਾਂ ਲੋਕ ਇਕੱਠੇ, ਲੱਖਾਂ ਲੋਕ ਇਕੱਠੇ ਹੋ ਰਹੇ ਨੇ, ਕਹਿੰਦੇ ਉੱਥੇ ਕਿੱਦਾਂ ਕਰੋਨਾ ਦੇ ਉੱਤੇ ਕਾਬੂ ਪਾਉਣਗੇ ਇਹ ਕੁੰਭ ਦੇ ਮੇਲੇ ਤੇ ਆਮ ਬੰਦੇ ਤੋਂ 2-2000 ਰੁਪਏ ਜੁਰਮਾਨੇ ਲਏ ਜਾ ਰਹੇ ਨੇ। ਜੇ ਆਪਣੀ ਕਾਰ 'ਚ ਕੱਲਾ ਕੋਈ ਜਾ ਰਿਹਾ ਜਾਂ 2 ਜਾ ਰਹੇ ਨੇ, ਕਹਿੰਦੇ ਕੱਢੋ ਜੀ ਪੈਸੇ, ਕੱਢੋ ਪੈਸੇ ਬਣਾਉਣ ਦਾ ਸਿਸਟਮ ਹੈ। ਸਧਾਰਨ ਬੰਦਿਆਂ ਤੇ ਕਹਿੰਦੇ ਨੇ ਤੁਸੀਂ ਬਾਹਰ ਨਾ ਨਿਕਲੋ। ਔਰ ਜਿਹੜਾ ਗਰੀਬ ਤਬਕਾ ਹੈ, ਮੰਨ ਲਓ ਸਾਡੇ, ਔਰ ਇਹ ਕਿਹਾ ਜਾ ਰਿਹਾ ਸਾਡੇ ਕਿ 77% ਲੋਕ ਉਹ ਨੇ, ਇਹ ਗਵਰਨਮੈਂਟ ਆਫ ਇੰਡੀਆ ਦੇ ਇੱਕ ਬਣਾਏ ਕਮਿਸ਼ਨ ਦੀ ਰਿਪੋਰਟ ਸੀ ਕਿ 77% ਲੋਕ ਉਹ ਨੇ ਜਿਹੜੇ 20 ਰੁਪਏ ਰੋਜ਼ਾਨਾ ਦੇ ਘੱਟ ਤੋਂ ਵੀ ਗੁਜ਼ਾਰਾ ਕਰਦੇ ਨੇ। ਹੁਣ ਉਹਨਾਂ ਕੋਲ ਰਹਿਣ ਨੂੰ ਘਰ ਵੀ ਨਹੀਂ, ਇੱਕ ਕਮਰਾ ਛੋਟਾ ਜਿਹਾ, 5-7 ਮੈਂਬਰ ਨੇ ਪਰਿਵਾਰ ਦੇ, ਉਹਦੇ ਤਾਂ ਅੰਦਰ ਇਹ ਸੋਸ਼ਲ ਡਿਸਟੈਂਸ ਜਿਹੜੀ ਤੁਸੀਂ ਬਣਾਤੀ, ਜਿਹੜੀ ਕਿ ਸਰੀਰਕ ਦੂਰੀ ਨੂੰ ਤੁਸੀਂ ਸਮਾਜਿਕ ਦੂਰੀ ਬਣਾਤਾ, ਤੇ ਉਹਦੇ ਤਾਂ ਅੰਦਰ ਵੀ ਉਹ ਨਹੀਂ ਰਹਿ ਸਕਦੀ। ਤੁਸੀਂ ਘੁੱਟ ਕੇ ਕਰਫਿਊ ਲਾ ਕੇ ਉਹਨੂੰ ਕਹਿੰਦੇ ਹੋ ਅੰਦਰ ਰਹਿ, ਤਾਂ ਤੁਸੀਂ ਕਿਹੜੀ ਪਬਲਿਕ ਨੂੰ ਦੇਖ ਰਹੇ ਹੋ, ਕਿਹੜੇ ਸੰਵਿਧਾਨ ਨੂੰ ਦੇਖ ਰਹੇ ਹੋ, ਕਿਹੜੇ ਕਾਨੂੰਨ ਨੂੰ ਦੇਖ ਰਹੇ ਹੋ? ਇਹ ਜਿਹੜੀ ਵੀ ਪਾਲਿਸੀ ਜਾਂ ਜਿਹੜੇ ਐਗਜ਼ੈਕਟਿਵ ਡਿਸੀਜਨ ਜਿਹੜੇ ਵੀ ਲਾਗੂ ਹੋ ਰਹੇ ਨੇ, ਉਹ ਜਿਹੜੇ ਰਸੂਖ ਵਾਲੇ ਬੰਦੇ ਨੇ ਉਹਨੂੰ ਨਹੀਂ ਸੱਟ ਮਾਰਦੇ, ਉਹਦੇ ਖਿਲਾਫ ਕੁਝ ਨਹੀਂ ਹੁੰਦਾ ਕਦੇ। ਤੇ ਜੇ ਇਹ ਹੋਣਾ ਹੁੰਦਾ ਸੰਵਿਧਾਨ ਦੇ ਵਿੱਚ ਤਾਂ ਇਹ ਸੀ ਕਿ ਚੰਗੇ ਬੰਦੇ ਪਾਰਲੀਮੈਂਟ 'ਚ ਜਾਣ, ਵਿਧਾਨ ਸਭਾ 'ਚ ਜਾਣ। 2019 ਦੀ ਪਾਰਲੀਮੈਂਟ ਦੇ ਵਿੱਚ 43% MPO ਨੇ ਜਿਨ੍ਹਾਂ ਤੇ ਕ੍ਰਿਮੀਨਲ ਪਰਚੇ ਦਰਜ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਉੱਤੇ ਰੇਪ ਦੇ, ਕਤਲ ਦੇ, ਇਰਾਦਾ ਕਤਲ ਦੇ, ਇਸ ਕਿਸਮ ਦੇ ਸੰਗੀਨ ਜੁਰਮ ਵੀ। ਤੇ ਜੇ ਉਹ ਚੱਲਦੇ ਸੰਵਿਧਾਨ 'ਚ ਅਸੀਂ ਇਹ ਚੀਜ਼ਾਂ ਉਵੇਂ ਚੱਲ ਰਿਹਾ। ਨਰਿੰਦਰ ਮੋਦੀ ਨੇ 2014 'ਚ ਜਦੋਂ ਪਾਰਲੀਮੈਂਟ ਨੂੰ ਮੱਥਾ ਟੇਕ ਕੇ ਅੰਦਰ ਗਿਆ ਤਾਂ ਉਹ ਕਹਿ ਰਿਹਾ ਸੀ ਮੈਂ 1 ਸਾਲ 'ਚ ਸਭ ਕੁਝ ਖਤਮ ਕਰ ਦਾਂਗਾ, ਅਸੀਂ ਲਿਸਟਾਂ ਬਣਾਵਾਂਗੇ, ਸਾਰੀਆਂ ਪਾਰਟੀਆਂ ਦੇ ਸੁਪਰੀਮ ਕੋਰਟ ਦਾ ਸਪੈਸ਼ਲ ਬੈਂਚ ਹੋਏਗਾ, ਉਹ ਸਾਲ 'ਚ ਕੰਮ ਠੀਕ ਕਰ ਦੇਗਾ। ਕੀ ਹੋਇਆ? ਸਾਰਾ ਕੁਝ ਭੁੱਲ ਗਏ। ਬਲਕਿ ਸਾਰੇ ਬੰਦਿਆਂ ਨੂੰ ਜਿਹੜਾ ਤੁਹਾਡੇ 'ਚ ਰਲ ਜਾਂਦਾ ਆ ਕੇ, ਉਹ ਬਦਮਾਸ਼ ਵੀ ਦੁੱਧ ਦਾ ਧੁਲਿਆ ਹੋ ਜਾਂਦਾ, ਜਿਹੜਾ ਦੂਜੀ ਪਾਰਟੀ ਦੇ ਵਿੱਚ ਆ ਉਹ ਬਦਮਾਸ਼ ਬਣ ਜਾਂਦਾ। ਤੇ ਜਿਸ ਤਰ੍ਹਾਂ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਹੈ, ਕੇਂਦਰੀ ਏਜੰਸੀਆਂ ਨੂੰ, ਔਰ ਉਹਨਾਂ ਏਜੰਸੀਆਂ ਦਾ ਵੀ ਜਿਹੜੀ ਬੇਭਰੋਸਗੀ ਖਤਮ ਹੋ ਚੁੱਕੀ ਹੈ। ਨਾ ਹੁਣ CBI ਦੀ ਕੋਈ ਮੰਗ ਕਰਦਾ ਜਾਂਚ ਕਰਾਓ, ED ਜਿਹਦੇ ਤੇ ਮਰਜ਼ੀ ਛਾਪਾ ਮਾਰ ਦਿੰਦਾ ਆ ਕੇ ਸੂਬਿਆਂ ਦੇ ਵਿੱਚ ਵੀ, ਜਿਹੜਾ ਉਹ ਸਿਆਸੀ ਤੌਰ ਤੇ ਬਖਰੇਵਾਂ ਕਰਦਾ। ਔਰ ਇਸੇ ਤਰ੍ਹਾਂ ਚੋਣ ਕਮਿਸ਼ਨ ਤੇ ਲਗਾਤਾਰ ਐਲੀਗੇਸ਼ਨ ਲੱਗ ਰਹੇ ਨੇ। ਤੁਹਾਡੇ ਸਾਹਮਣੇ ਮਮਤਾ ਕਹਿੰਦੀ ਹੈ ਵੀ ਕਿ ਮੇਰੇ ਤੇ ਰੋਕ ਲਾਉਨੇ ਹੋ, ਤਾਂ ਜੋ ਗੱਲਾਂ ਉਹ ਕਰਦੇ ਨੇ ਉਹਨਾਂ ਤੇ ਕਿਉਂ ਨਹੀਂ ਲਾਉਂਦੇ? ਇਹ ਸਾਰੇ ਸਵਾਲ ਨੇ ਇਸ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸੰਵਿਧਾਨ ਦੀ ਰੂਹ ਨਾਲ ਖਿਲਵਾੜ ਕਰ ਰਹੇ ਨੇ। ਸੰਸਥਾਵਾਂ ਵੀ ਸਰੈਂਡਰ ਕਰਦੀਆਂ, ਕਿਤੇ ਨਾ ਕਿਤੇ ਹਥਿਆਰ ਸੁੱਟ ਗਈਆਂ ਨੇ ਜਿਹੜੀ ਸਰਕਾਰ ਦੇ। ਅੱਛਾ ਹਮੀਰ ਸਿੰਘ ਜੀ, ਇੱਕ ਮੇਰੇ ਧਿਆਨ ਵਿੱਚ ਇਹ ਆ ਰਿਹਾ ਸੀ ਕਿ ਜਦੋਂ ਅਸੀਂ ਸੰਵਿਧਾਨ ਜਾਂ ਫੈਡਰਲਿਜ਼ਮ ਦੀ ਗੱਲ ਜਦੋਂ ਕਰਦੇ ਹਾਂ, ਜਦੋਂ ਤਾਂ ਇਹ ਪਾਰਟੀਆਂ ਵਿਰੋਧੀ ਧਿਰ ਵਿੱਚ ਹੁੰਦੀਆਂ, ਉਦੋਂ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਫੈਡਰਲਿਜ਼ਮ ਦਾ ਮੁੱਦਾ ਚੁੱਕਣਾ ਚਾਹੀਦਾ ਹੈ ਜਾਂ
ਸੰਵਿਧਾਨ ਨੂੰ ਕਿਵੇਂ ਛਿੱਕੇ ਟੰਗਿਆ ਜਾ ਰਿਹਾ, ਉਦੋਂ ਇਹਨਾਂ ਨੂੰ ਸਭ ਕੁਝ ਨਜ਼ਰ ਆਉਂਦਾ ਹੈ। ਜੇ ਆਪਾਂ ਸਿਰਫ ਪੰਜਾਬ ਤੋਂ ਹੀ ਲੈ ਲਈਏ ਕਿ ਜਦੋਂ ਇੱਥੇ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਹੋਵੇ ਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਹੋਵੇ, ਫਿਰ ਤਾਂ ਫੈਸਲੇ ਜਿਹੜੇ ਨੇ ਉਹ ਸਾਰੇ ਦਿੱਲੀ ਵਾਲੇ ਲਾਗੂ ਹੋ ਜਾਂਦੇ ਨੇ। ਤੇ ਜੇ ਇੱਥੇ ਸਰਕਾਰ ਹੋਵੇ ਕਾਂਗਰਸ ਦੀ ਤੇ ਕੇਂਦਰ ਦੇ ਵਿੱਚ ਬੀਜੇਪੀ ਦੀ ਹੋਵੇ, ਤਾਂ ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਦਿਖਣ ਲੱਗ ਜਾਂਦਾ ਕਿ ਸਾਡੀ ਜਿਹੜੀ ਆ ਸੰਘੀ ਕੁੱਟੀ ਜਾ ਰਹੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਇਹ ਹੌਲੀ ਹੌਲੀ ਸਭ ਕੁਝ ਜਿਹੜਾ ਹੋਇਆ ਇੱਕੋ ਲਖਤ ਤਾਂ ਨਹੀਂ ਹੋਇਆ? ਹੁਣ ਤੱਕ ਜਿੰਨਾ ਵੀ ਫੈਡਰਲਿਜ਼ਮ ਨੂੰ ਲੈ ਕੇ ਕਿੰਨੀ ਕੁ ਲੜਾਈ ਪੰਜਾਬ ਨੇ ਲੜੀ ਹੈ, ਕਿੰਨੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸਹਿਯੋਗਤਾ ਦਿਖਾਈ ਇਹਦੇ ਉੱਤੇ? ਨਹੀਂ, ਬਿਲਕੁਲ ਇਹ ਅਸਲ ਦੇ ਵਿੱਚ ਤਾਂ ਸੰਵਿਧਾਨ ਦੇ ਤੇ ਸਵਾਲ ਪਹਿਲਾਂ ਹੀ ਉੱਠਣ ਲੱਗ ਗਏ ਸੀ। ਪਹਿਲਾਂ ਜੇ ਤੁਸੀਂ ਕਹਿੰਦੇ ਹੋ ਜਦੋਂ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੁੰਦਾ ਹੈ ਤਾਂ ਤਿੰਨ ਵੱਡੇ ਲੀਡਰ ਜਿਹੜੇ ਵਿਰੋਧ ਕਰਦੇ ਸੀ, ਸਭ ਤੋਂ ਪਹਿਲਾਂ ਆਜ਼ਾਦ ਭਾਰਤ ਚੋਂ ਗ੍ਰਿਫਤਾਰ ਹੋਏ ਸੀ। ਉਹਨਾਂ ਚ ਮਾਸਟਰ ਤਾਰਾ ਸਿੰਘ ਸੀਗੇ ਅਕਾਲੀ ਦਲ ਵੱਲੋਂ, ਸ਼ੇਖ ਮੁਹੰਮਦ ਅਬਦੁੱਲਾ ਸੀਗੇ ਜੰਮੂ ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ, ਤੇ ਇੱਕ ਲਾਲ ਡੇਂਗਾ ਸੀ। ਇਹ ਘੱਟ ਗਿਣਤੀਆਂ ਨਾਲ ਸੰਬੰਧਿਤ ਬੰਦੇ ਸੀ ਜਿਹੜੇ ਕਹਿ ਰਹੇ ਸੀ ਕਿ ਸਾਨੂੰ ਉਸ ਪੱਧਰ ਦੀਆਂ ਤਾਕਤਾਂ ਜਿਹੜੀਆਂ ਨਹੀਂ ਮਿਲੀ। ਇਹਦਾ ਮਤਲਬ ਇਹ ਸੀ ਕਿ ਉਦੋਂ ਤੋਂ ਖੁਸ਼ ਨਹੀਂ ਸੀ। ਫਿਰ ਚਲਦੇ ਚਲਦੇ ਹਰ ਪਾਰਟੀ, ਕਾਂਗਰਸ ਦਾ ਲੰਮਾ ਸਮਾਂ ਰਾਜ ਰਿਹਾ ਔਰ ਕਈ ਜਿਹੜੇ ਡਿਪਾਰਟਮੈਂਟ ਸਟੇਟਾਂ ਕੋਲ ਸੀ ਉਹ ਸਾਂਝੇ ਸੂਚੀ ਚ ਲਿਜਾ ਕੇ ਤੇ ਉਹਨੂੰ ਵੀ ਕੇਂਦਰ ਦੇ ਕਬਜ਼ੇ ਚ ਵਿੱਚ ਕਰ ਲਿਆ ਗਿਆ। ਜਦ ਸੰਵਿਧਾਨ ਮੁਤਾਬਕ ਮਾਮਲੇ ਨਿਬੇੜੇ ਨਹੀਂ, ਮੰਨ ਲਓ ਪੰਜਾਬ ਤੇ ਹਰਿਆਣਾ ਵੀ ਬਣੇ 1966 ਦੇ ਵਿੱਚ, ਉਹਦੀ ਠੀਕ ਵੰਡੇ ਨਹੀਂ ਕੀਤੀ ਗਈ। ਚੰਡੀਗੜ੍ਹ ਅਜੇ ਵੀ ਰੱਖਿਆ ਹੋਇਆ ਸੀ, ਕਾਂਗਰਸ ਨੇ ਰੱਖਿਆ ਸੀ ਉਦੋਂ ਤੋਂ ਲੈ ਕੇ। ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਠੀਕ ਤਰ੍ਹਾਂ ਦੇ ਨਾਲ ਬਟਵਾਰਾ ਨਹੀਂ ਉਸ ਪੱਧਰ ਦੇ ਉੱਤੇ ਹੋਇਆ ਸੀ, ਉਹ ਅਜੇ ਵੀ ਰੌਲੇ ਵਾਲੀਆਂ ਚੀਜ਼ਾਂ ਉਸੇ ਪੱਧਰ ਤੇ ਨੇ। ਪਾਣੀਆਂ ਦੀ ਵੰਡ ਸੰਵਿਧਾਨ ਦੇ ਮੁਕਾਬਲੇ ਲਗਾਤਾਰ ਕਹਿੰਦੇ ਰਹੇ ਨੇ ਪੰਜਾਬ ਦੇ ਲੋਕ ਕਿ ਜਿਹੜਾ ਐਕਟ ਹੈ 1966 ਦਾ ਪੁਨਰਗਠਨ ਐਕਟ, ਉਹਦੀ ਧਾਰਾ 78, 79, 80 ਇਹ ਗੈਰ ਸੰਵਿਧਾਨਕ। ਸੁਪਰੀਮ ਕੋਰਟ ਦੇ ਵਿੱਚ ਗਈ ਵੀ ਪੰਜਾਬ ਦੀ ਸਰਕਾਰ 1979 ਦੇ ਵਿੱਚ, ਪਰ ਉਹ ਜਦੋਂ ਕੇਂਦਰ ਸਰਕਾਰ ਨੇ ਤਿੰਨ ਚੀਫ ਮਿਨਿਸਟਰਾਂ ਨੂੰ ਬਿਠਾ ਕੇ ਤੇ ਗਨ ਪੁਆਇੰਟ ਤੇ ਕਿਹਾ ਜਾਂਦਾ ਦਰਬਾਰਾ ਸਿੰਘ ਤੋਂ ਗਨ ਪੁਆਇੰਟ ਤੇ ਦਸਤਖਤ ਕਰਾਏ ਤੇ ਉਹ ਸੁਪਰੀਮ ਕੋਰਟ ਚੋਂ ਵੀ ਵਾਪਸ ਕੇਸ ਕਰਵਾ ਦਿੱਤਾ ਗਿਆ। ਇਸ ਲਈ ਅੱਜ ਦੀ ਗੱਲ ਨਹੀਂ, ਗੱਲ ਉਦੋਂ ਤੋਂ ਹੀ ਸ਼ੁਰੂ ਹੋ ਰਹੀ। ਪਰ ਬੀਜੇਪੀ ਨੇ ਬਹੁਤ ਨੰਗੇ ਚਿੱਟੇ ਰੂਪ ਦੇ ਵਿੱਚ ਸ਼ੁਰੂ ਕਰਤੀ ਤੇ ਪਹਿਲਾਂ ਇੱਕ ਲੈਵਲ ਦਾ ਥੋੜਾ ਜਿਹਾ ਲਵਾਦਾ ਪਾਇਆ ਹੋਇਆ ਸੀਗਾ ਵੀ ਹੌਲੀ ਹੌਲੀ ਇੱਕ ਇਸ ਲੈਵਲ ਦੀ ਗੱਲ ਚੱਲਦੀ। ਪਰ ਨਾਲ ਦੀ ਨਾਲ ਸਭ ਤੋਂ ਬੜਾ ਨੁਕਸਾਨ ਕੀ ਹੋਇਆ ਕਿ ਇੱਕ ਜ਼ਮਾਨੇ ਤੱਕ ਇਸੇ ਕਰਕੇ, ਜੇ 1996 ਦਾ ਆਪਾਂ ਦੌਰ ਲੈਂਦੇ ਆ ਜਾਂ ਉਸ ਤੋਂ ਪਹਿਲਾਂ ਦਾ, ਖੇਤਰੀ ਪਾਰਟੀਆਂ ਦਾ ਉਭਾਰ ਪੈਦਾ ਹੋ ਗਿਆ ਸੀ ਬਹੁਤ ਜ਼ਿਆਦਾ ਕੰਟਰੀ 'ਚ ਸ਼ੁਰੂ ਚੋਂ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਸਾਡੇ ਹਿੱਤਾਂ ਦੀ ਰਖਵਾਲੀ ਨਹੀਂ ਕਰ ਸਕਦੀਆਂ। ਵੱਡੇ ਪੱਧਰ ਤੇ ਖੇਤਰੀ ਪਾਰਟੀਆਂ ਨੂੰ ਲੋਕਾਂ ਨੇ ਜਿਤਾਇਆ। ਕਿੰਨੇ ਸੂਬੇ ਅੱਜ ਵੀ ਇਹੋ ਜਿਹੇ ਸੀਗੇ, ਜੇ ਤੁਸੀਂ ਦੇਖੋ ਤਾਮਿਲਨਾਡੂ 'ਚ ਕੋਈ ਨੈਸ਼ਨਲ ਪਾਰਟੀ ਨਹੀਂ, ਜੰਮੂ ਕਸ਼ਮੀਰ 'ਚ ਆਮ ਤੌਰ ਤੇ ਖੇਤਰੀ ਪਾਰਟੀਆਂ ਸੀ, ਨੈਸ਼ਨਲ ਪਾਰਟੀਆਂ ਬੜੀ ਦੇਰ ਬਾਅਦ ਮਾੜੀਆਂ ਮੋਟੀਆਂ ਦਖਲ ਦੇਣ ਲੱਗੀ। ਤੇ ਇਸੇ ਤਰ੍ਹਾਂ ਆਂਧਰਾ ਦੇ ਵਿੱਚ ਵੀ ਅੱਜ ਕੱਲ ਵੀ ਜੇਕਰ ਦੇਖੋ, ਜੇ ਹੁਣ ਵੀ ਖੇਤਰੀ ਪਾਰਟੀਆਂ ਦਾ ਦੌਰ ਆਪਾਂ ਦੇਖਦੇ ਹਾਂ, ਉਹ ਤੇਲੰਗਾਨਾ ਤੋਂ ਦੇਖ ਕੇ, ਆਂਧਰਾ ਪ੍ਰਦੇਸ਼ ਤੋਂ ਦੇਖ ਕੇ ਤੇ ਆਪਣੇ ਤਾਮਿਲਨਾਡੂ ਤੋਂ ਦੇਖ ਕੇ, ਪੱਛਮੀ ਬੰਗਾਲ ਦੇ ਵਿੱਚ ਵੀ ਇਵਨ ਸਾਡੇ ਕੋਲੋਂ ਸਰਕਾਰਾਂ ਸੀ, ਖੇਤਰੀ ਪਾਰਟੀਆਂ ਦੀਆਂ ਸਰਕਾਰਾਂ ਸੀ। ਇੱਧਰ ਪੰਜਾਬ ਦੇ ਵਿੱਚ ਵੀ ਇਨੈਲੋ ਬਣੀਆਂ ਹੁੰਦੀਆਂ ਸੀ, ਅਕਾਲੀ ਦਲ ਸੀਗਾ, ਜੰਮੂ ਕਸ਼ਮੀਰ ਸੀ, ਬਾਕੀ ਸਾਰੇ ਕਿਤੇ। ਔਰ ਇਸੇ ਕਰਕੇ ਖੇਤਰੀ ਪਾਰਟੀਆਂ ਮਜ਼ਬੂਤ ਸੀ ਔਰ ਉਹਨਾਂ ਦੀ ਗੱਲ ਸੁਣੀ ਜਾਣ ਲੱਗਦੀ ਸੀ। ਪਹਿਲਾਂ ਜਦੋਂ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਲੈ ਕੇ ਮੋਰਚਾ ਲਾਇਆ, ਉਹ ਰਾਜਾਂ ਦੇ ਵੱਧ ਅਧਿਕਾਰਾਂ ਦਾ ਮੋਰਚਾ ਸੀ, ਲੋਕ ਜੇਲ੍ਹਾਂ 'ਚ ਵੀ ਗਏ। ਉਸ ਸਮੇਂ ਦੌਰਾਨ ਮੋਰਚੇ ਦੇ ਦੌਰਾਨ ਇੱਕ ਸਰਕਾਰੀਆ ਕਮਿਸ਼ਨ ਬਣਾਉਣ ਲਈ ਵੀ ਮਜਬੂਰ ਹੋਣਾ ਪਿਆ ਗਵਰਨਮੈਂਟ ਆਫ ਇੰਡੀਆ ਨੂੰ, ਜਿਹਨੇ ਕਾਫੀ ਜ਼ਿਆਦਾ ਕੁਝ ਸਿਫਾਰਸ਼ਾਂ ਐਸੀਆਂ ਕੀਤੀਆਂ ਜਿਹੜੀਆਂ ਰਾਜਾਂ ਨੂੰ ਮਜ਼ਬੂਤ ਕਰਨ ਵਾਲੀ ਲਈ ਸੀ, ਪਰ ਉਹ ਸਰਕਾਰਾਂ ਨੇ ਨਹੀਂ ਕਰਵਾਈਆਂ। ਉਦੋਂ ਬਾਅਦ ਜਸਟਿਸ ਪੁੰਛੀ ਕਮਿਸ਼ਨ ਬਣਾਤਾ। ਉਹ ਪੁੰਛੀ ਕਮਿਸ਼ਨ ਤੋਂ ਕਈ ਸਿਫਾਰਸ਼ਾਂ ਇਹੋ ਜਿਹੀਆਂ ਕਰਵਾ ਲਈਆਂ ਵਿੱਚੋਂ ਜਿਹੜੀਆਂ ਮੁੜ ਕੇ ਕੇਂਦਰ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੀਆਂ ਸੀ ਉਸ ਪੱਧਰ ਦੇ ਉੱਤੇ। ਇਸ ਕਰਕੇ ਉਦੋਂ ਕੇਂਦਰ ਤੇ ਥੋੜਾ ਬਹੁਤ ਦਬਾਅ ਤਾਂ ਸੀਗਾ ਖੇਤਰੀ ਪਾਰਟੀਆਂ ਦਾ, ਪਰ ਚਲਦੇ ਚਲਦੇ ਖੇਤਰੀ ਪਾਰਟੀਆਂ ਨੇ ਕੀ ਕਰ ਲਿਆ, ਆਪਦਾ ਕਰੈਕਟਰ ਬਦਲ ਕੇ ਉਹਨਾਂ ਨੇ ਵੀ ਫੈਡਰਲ ਜਿਹੜੀ ਸੱਤਾ ਦਾ ਮਤਲਬ ਇਹ ਸਮਝ ਲਿਆ ਵੀ ਕਿਸੇ ਨੈਸ਼ਨਲ ਪਾਰਟੀ ਨਾਲ ਦੋਸਤੀ ਪਾਓ, ਉਹਦੇ ਨਾਲ ਕੇਂਦਰੀ ਸੱਤਾ 'ਚ ਹਿੱਸੇਦਾਰ ਬਣ ਜਾਓ। ਜਿਹੜੀ ਖੇਤਰ ਦੀਆਂ ਭਾਵਨਾਵਾਂ ਕਰਕੇ ਉਹਨੂੰ ਤਾਕਤ ਮਿਲਦੀ ਸੀ, ਲੋਕ ਇਹ ਮਹਿਸੂਸ ਕਰਦੇ ਸੀ ਕਿ ਸਾਡੀ ਪਾਰਟੀ ਹੈ, ਉਹ ਸਾਰਾ ਕੁਝ ਛੱਡ। ਔਰ ਜੇ ਤੁਸੀਂ ਦੇਖਿਆ ਹੋਵੇ ਉਦੋਂ ਬਾਅਦ 1997 ਚ ਅਕਾਲੀ ਦਲ ਨੇ 96 ਚ ਹੀ ਵਾਜਪਾਈ ਸਰਕਾਰ ਨੂੰ ਅਨਕੰਡੀਸ਼ਨਲ ਸਪੋਰਟ ਦਿੱਤੀ, ਬਿਨਾਂ ਸ਼ਰਤ। ਕੋਈ ਖੇਤਰੀ ਪਾਰਟੀ ਬਿਨਾਂ ਸ਼ਰਤ ਹਮਾਇਤ ਦਿੰਦੀ ਹੈ ਤਾਂ ਫਿਰ ਤੁਸੀਂ ਲੋਕਾਂ ਦੀਆਂ ਉਹਦੇ ਨਾਲ ਲੜੋਗੇ ਕਿਵੇਂ? ਇਹਨਾਂ ਕਿਉਂਕਿ ਬੀਜੇਪੀ ਨਾਲ ਦੋਸਤੀ ਸੀ, ਜਿੰਨਾ ਚਿਰ ਆਰਡੀਨੈਂਸ ਰਹੇ ਉਹਨਾਂ ਚਿਰ ਅਕਾਲੀ ਦਲ ਉਹਨੂੰ ਡਿਫੈਂਡ ਕਰਦਾ ਰਿਹਾ ਕਿ ਠੀਕ ਨੇ ਇਹ। ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਨੇ ਵੀ ਬੀਜੇਪੀ ਵਾਲੇ ਦੇ ਵਿੱਚ ਵੀ ਸਹਿਯੋਗੀ ਰਹੇ, ਪੀਡੀਪੀ ਨੇ ਵੀ ਬੀਜੇਪੀ ਨਾਲ ਰਲ ਕੇ ਸਰਕਾਰ ਬਣਾਈ ਔਰ ਸਾਰੀਆਂ ਧਿਰਾਂ ਦੀ ਕਿਤੇ ਨਾ ਕਿਤੇ
ਉਹ ਜਿਹੜਾ ਫੈਡਰਲਿਜ਼ਮ ਦਾ ਏਜੰਡਾ ਛੱਡ ਗਿਆ, ਸੱਤਾ 'ਚ ਹਿੱਸੇਦਾਰੀ ਨੰਬਰ 1 ਬਣ ਗਿਆ। ਅੱਜ ਵੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ 30% ਮੈਂਬਰ ਪਾਰਲੀਮੈਂਟ ਖੇਤਰੀ ਪਾਰਟੀਆਂ ਨਾਲ ਸੰਬੰਧਿਤ ਨੇ ਜੀ। ਜੇ ਪਾਰਲੀਮੈਂਟ ਦੇ ਵਿੱਚ ਵੀ ਉਹ ਇਕਜੁੱਟ ਹੋ ਕੇ ਫੈਡਰਲਿਜ਼ਮ ਲਈ ਜਾਂ ਖੇਤਰਾਂ ਲਈ ਆਪੋ ਆਪਣੇ ਲਈ ਲੜਾਈ ਲੜਨ ਤਾਂ ਹੋਰ ਸੀਨ ਹੋ ਸਕਦਾ। ਪਰ ਉੱਥੇ ਕੋਈ ਰਾਜ ਸਭਾ 'ਚ ਵੀ ਬੀਜੇਪੀ ਨੂੰ ਦਿੱਕਤ ਨਹੀਂ ਆਉਂਦੀ, ਹਾਲਾਂਕਿ ਉਹਦੇ ਕੁਝ MP ਘਟਦੇ ਨੇ, ਕੋਈ ਬਾਹਰ ਰਹਿ ਜਾਂਦਾ, ਕੋਈ ਖਰੀਦ ਕੇ, ਕੋਈ ਡਰ ਕੇ, ਕੋਈ ਕਾਸੇ ਕਰਕੇ ਦਾ ਕੋਈ ਵੋਟ ਹੀ ਨਹੀਂ ਪਾਉਂਦਾ, ਉਹਨੂੰ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਮਾਮਲੇ 'ਚ। ਇਸ ਲਈ ਸਿਆਸਤ ਦਾ ਜਿਹੜਾ ਮਿਜਾਜ ਹੈ, ਜਿਹੜੀ ਅਪਰੋਚ ਹੈ, ਜਿਹੜਾ ਕਾਰਪੋਰੇਟ 'ਚ ਕਿਹਾ ਜਾਂਦਾ ਹੈ ਕਿ ਹੁਣ ਵਿਚਾਰਧਾਰਾ ਵਿਹੂਣੀ ਸਿਆਸਤ ਹੈ। ਜਦੋਂ ਦਾ ਕਾਰਪੋਰੇਟ ਏਜੰਡਾ ਆਇਆ, ਉਹ ਕਹਿੰਦੇ ਵਿਚਾਰਧਾਰਾ ਖਤਮ ਕਰ ਦਿਓ, ਵਿਚਾਰਧਾਰਾ ਦੇ ਨਾਲ ਹੀ ਚੋਣ ਦੇਸ਼ ਚੱਲਦਾ। ਤੇ ਉਹ ਜਿਹਾ ਕਰਨ ਲੱਗ, ਜਿਹੜੀ ਵਿਚਾਰਧਾਰਾ ਅਕਾਲੀ ਦਲ ਦੀ ਸੀ, ਜਿਹੜੀ ਵਿਚਾਰਧਾਰਾ ਅੰਨਾ DMK ਜਾਂ DMK ਦੀ ਸੀ, ਜਿਹੜੀ ਵਿਚਾਰਧਾਰਾ ਸ਼ਿਵ ਸੈਨਾ ਦੀ ਤਾਂ ਆਪਣੀ ਇੱਕ ਅਲੱਗ ਸੀ, ਬਾਕੀ ਜਿਨ੍ਹਾਂ ਦੀਆਂ ਵੀ ਖੇਤਰੀ ਪਾਰਟੀਆਂ ਦੇ ਆਪਣੀਆਂ ਆਪਣੀਆਂ ਵਿਚਾਰਧਾਰਾਵਾਂ ਸੀ। ਹੁਣ ਵਿਚਾਰਧਾਰਾ ਦਾ ਦੌਰ ਖਤਮ ਹੋ ਗਿਆ, ਇਹਨਾਂ ਨੇ ਕਰਤਾ। ਮਤਲਬ ਵਿਚਾਰਧਾਰਾ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ, ਪਰ ਇਹਨਾਂ ਨੇ ਕਰਤਾ। ਇਸੇ ਕਰਕੇ ਹੁਣ ਕੀ ਹੋ ਗਿਆ ਕਿ ਕਿਸੇ ਵੀ ਪਾਰਟੀ ਚੋਂ ਦੂਜੀ ਪਾਰਟੀ 'ਚ ਜਾਣਾ ਕੋਈ ਸੰਗ ਸ਼ਰਮ ਨਹੀਂ ਬਚੀ। ਇੱਕ ਜ਼ਮਾਨੇ ਤੱਕ ਜੇ ਕੋਈ ਅਕਾਲੀਆਂ ਚੋਂ ਕਾਂਗਰਸ 'ਚ ਜਾਂਦਾ ਸੀ ਤਾਂ ਲੋਕ ਅਚੰਭਾ ਮੰਨਦੇ ਸੀ ਕਿ ਇਹ ਕਿਵੇਂ ਚਲਾ ਗਿਆ, ਇਹ ਕਾਂਗਰਸ ਤਾਂ ਹੋਰ ਟਾਈਪ ਦੀ ਪਾਰਟੀ। ਜੇ ਕਾਂਗਰਸ ਚੋਂ ਅਕਾਲੀਆਂ 'ਚ ਜਾਂਦਾ ਸੀ ਤਾਂ ਵੀ ਅਚੰਭਾ ਮੰਨਿਆ ਜਾਂਦਾ ਸੀ ਕਿ ਉਹ ਸੈਕੂਲਰ ਪਾਰਟੀ, ਉਹ ਫਲਾਨੀ, ਇਹਦੇ 'ਚ ਕਿਵੇਂ ਚਲਾ ਗਿਆ। ਹੁਣ ਇਹ ਗੱਲ ਹੀ ਖਤਮ ਹੋ ਗਈ। ਕਦੇ ਕੋਈ ਇਹ ਰੌਲਾ ਹੀ ਨਹੀਂ ਪੈਂਦਾ ਕਿ ਤੂੰ ਇੱਥੋਂ ਕਿਉਂ ਗਿਆ, ਉੱਥੋਂ ਕਿਉਂ ਗਿਆ, ਕਿਉਂਕਿ ਜੇ ਵਿਚਾਰਧਾਰਾ 'ਚ ਡਿਫਰੈਂਸ ਹੋਵੇ ਤਾਂ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ। ਲੋਕ ਇਤਰਾਜ਼ ਕਰਦੇ, ਲੋਕਾਂ ਦੇ ਇਤਰਾਜ਼ ਵੀ ਹੋ ਗਏ। ਖਾਸ ਤੌਰ ਤੇ ਐਂਟੀ ਡਿਫੈਕਸ਼ਨ ਲਾ ਜਿਹੜਾ ਹੈ, ਦਲ ਬਦਲੀ ਵਿਰੋਧੀ ਕਾਨੂੰਨ, ਇਹਨੇ ਬਿਲਕੁਲ ਹੀ ਪਾਰਟੀਆਂ ਦਾ ਜਿਹੜੇ ਕਾਰਕੁਨ ਨੇ ਉਹਦੀ ਸ਼ਕਤੀ ਖਤਮ ਕਰਤੀ, ਉਹਦਾ ਪ੍ਰਭਾਵ ਖਤਮ ਕਰਤਾ। ਪਾਰਟੀ ਪ੍ਰਧਾਨਾਂ ਨੂੰ ਤਾਨਾਸ਼ਾਹ ਬਣਾਓ, ਕਿਉਂਕਿ ਹੁਣ ਉਹਨਾਂ ਨੂੰ ਪਤਾ ਕਿ ਜੇ ਪਾਰਟੀ ਪ੍ਰਧਾਨ ਦੇ ਮੁਤਾਬਕ ਕੰਮ ਨਹੀਂ ਹੁੰਦੇ ਤਾਂ ਮੈਂਬਰ ਹੀ ਜਾ ਸਕਦੀ, ਤੁਹਾਡੀ MLA-ਸ਼ਿਪ, ਤੁਹਾਡੀ MP-ਸ਼ਿਪ। ਦੂਜੀ ਗੱਲ ਇਹ ਹੈ ਕਿ ਅੱਗੇ ਨੂੰ ਟਿਕਟ ਨਹੀਂ ਮਿਲੂਗੀ। ਇਸੇ ਕਰਕੇ ਹੁਣ ਇਹ ਹੋ ਗਿਆ ਕਿ ਪ੍ਰਧਾਨ ਐਡੇ ਸੁਪਰ ਬਾਸ ਬਣ ਗਏ। ਇਸੇ ਲਈ ਉਹ ਡੈਮੋਕ੍ਰੇਸੀ ਦਾ ਜਿਹੜਾ ਅਸੂਲ ਹੈ ਇਹਦੇ ਤੇ ਗੱਲ ਨਹੀਂ ਕਰਦੇ ਕਿ ਆਪਾਂ ਜਮਹੂਰੀਅਤ ਕਿਵੇਂ ਸੁਧਾਰੀਏ, ਕਿਵੇਂ ਵਧਾਈਏ। ਉਹ ਇਹ ਗੱਲ ਕਰਦੇ ਨੇ ਕਿ ਜਦੋਂ ਤੁਸੀਂ ਸੱਤਾ 'ਚ ਨਹੀਂ ਹੋ ਉਦੋਂ ਗੱਲ ਕਰਨ ਲੱਗ, ਜਦੋਂ ਸੱਤਾ 'ਚ ਉਦੋਂ ਹਟ ਗਏ। ਜੇ ਤੁਸੀਂ ਜਮਹੂਰੀਅਤ ਦੇ ਅਸੂਲ ਦੀ ਗੱਲ ਕਰਨੀ ਹੋਵੇ ਤਾਂ ਤੁਸੀਂ ਸੱਤਾ 'ਚ ਜਾ ਕੇ ਵੀ ਉਹਦੀ ਕਰੋਗੇ ਥੋੜੀ ਬਹੁਤ, ਤੇ ਤੁਸੀਂ ਸੱਤਾ ਤੋਂ ਹੇਠਾਂ ਵੀ ਕਰੋਗੇ। ਇਹ ਸੰਕਟ ਹੈ ਸਾਡੀਆਂ ਸਾਰੀਆਂ ਧਿਰਾਂ ਦਾ। ਜਿਵੇਂ ਆਪਣੇ ਤੁਸੀਂ ਦੇਖੋ ਕਿ ਜਦੋਂ ਜੰਮੂ ਕਸ਼ਮੀਰ ਦੇ ਤੋੜਨ ਦਾ ਸਵਾਲ ਆਇਆ ਜੀ, ਅਕਾਲੀ ਦਲ ਨੇ ਵੀ ਉਹਦੇ ਪੱਖ 'ਚ ਵੋਟ ਪਾਈ, ਆਮ ਆਦਮੀ ਪਾਰਟੀ ਨੇ ਵੀ ਉਹਦੇ ਪੱਖ 'ਚ ਵੋਟ ਪਾਈ, BJP ਦੇ, ਕਾਂਗਰਸ ਵੀ ਵੰਡੀ ਗਈ ਉਸ ਸਾਰੇ ਨਾਲ। ਤੇ ਜੇ ਜੰਮੂ ਕਸ਼ਮੀਰ ਦੀ ਹੋਂਦ ਖਤਰੇ 'ਚ ਹੋ ਸਕਦੀ ਹੈ ਤਾਂ ਪੰਜਾਬ ਤੇ ਦੂਜੇ ਸੂਬਿਆਂ ਦੀ ਕਿਉਂ ਨਹੀਂ ਹੋ ਸਕਦੀ। ਜਿਵੇਂ ਹੁਣ ਦਿੱਲੀ ਦੀ ਹੋਂਦ ਨੂੰ ਲੈ ਕੇ ਸਵਾਲ ਉੱਠੇ, ਉਪ ਰਾਜਪਾਲ ਅਸੂਲ ਦੇ ਤੌਰ ਤੇ ਪਾਲੇ 'ਚ ਦੂਜੇ ਪਾਸੇ ਖੜੇ ਹੋ ਗਏ। ਹੁਣ ਲੱਖ ਕਹੀ ਜਾਓ, ਦਿੱਲੀ 'ਚ ਇਖਲਾਕੀ ਤੌਰ ਤੇ ਕੇਜਰੀਵਾਲ ਕਹੀ ਜਾਵੇ ਕਿ ਲੈਫਟੀਨੈਂਟ ਗਵਰਨਰ ਨੂੰ ਕਿਉਂ ਹੱਕ ਦੇਤੇ, ਫਿਰ ਚੁਣੇ ਨੁਮਾਇੰਦੇ ਕਿਉਂ ਕਰਨਗੇ, ਤਾਂ ਸਵਾਲ ਤਾਂ ਉੱਠਦਾ ਕਿ ਭਾਈ ਸਾਹਿਬ ਇਹੀ ਕੰਮ ਤਾਂ ਜੰਮੂ ਕਸ਼ਮੀਰ 'ਚ ਹੋਇਆ ਸੀ, ਐਦੂ ਵੀ ਖਤਰਨਾਕ। ਉਦੋਂ ਤੁਸੀਂ ਉਹਦੇ ਪੱਖ 'ਚ ਕਿਉਂ ਖੜ ਗਏ। ਜੇ ਅਕਾਲੀ ਰੌਲਾ ਪਾਉਂਦੇ ਨੇ ਫੈਡਰਲਿਜ਼ਮ ਦਾ ਖਤਰਾ, ਉਹ ਕਹਿੰਦੇ ਜੰਮੂ ਕਸ਼ਮੀਰ ਵਾਲਾ ਨਹੀਂ ਦਿਖਾਈ ਦਿੰਦਾ ਸੀ। ਤੁਸੀਂ ਇਖਲਾਕੀ ਤੌਰ ਤੇ ਵੀ ਕਮਜ਼ੋਰ ਹੋ ਜਾਂਦੇ ਹੋ ਜਦੋਂ ਤੁਸੀਂ ਇਹੋ ਜਿਹੇ ਫੈਸਲੇ ਲੈਂਦੇ ਹੋ। ਉਹ ਲੜਾਈ ਲੜਨ ਦੇ ਜੋਗੇ। ਬਿਲਕੁਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਖੁਦ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਉਹ ਆਪਣੀ ਤਾਕਤ, ਜਿਹੜੇ ਉਹਦੇ ਨੁਮਾਇੰਦੇ ਨੇ ਜਾਂ ਉਹਨੂੰ ਜਿਹੜੇ ਅਗਵਾਈ ਦਿੰਦੇ ਨੇ, ਉਹ ਆਪਣੀ ਤਾਕਤ ਨੂੰ ਨਹੀਂ ਪਛਾਣਦੇ। ਉਹ ਸਿਰਫ ਕੁਰਸੀ ਦੀ ਤਾਕਤ ਨੂੰ ਦੇਖਦੇ ਨੇ ਕਿ ਸਾਨੂੰ ਕੇਂਦਰ ਦੇ ਵਿੱਚ ਕਿੰਨੀ ਤਗੜੀ ਕੁਰਸੀ ਹੈ, ਸਾਡੀ ਪੰਜਾਬ ਦੇ ਵਿੱਚ ਕੁਰਸੀ ਕਿੰਨੀ ਕੁ ਕਾਇਮ ਹੈ। ਮੇਰਾ ਆਖਰੀ ਸਵਾਲ ਇਹ ਹੈ, ਸੰਵਿਧਾਨ ਦੇ ਮੁਤਾਬਕ ਦੇਸ਼ ਭਗਤ ਦੀ ਪਰਿਭਾਸ਼ਾ ਕੀ ਹੈ? ਜਿਵੇਂ ਭਾਰਤ ਸਾਡਾ ਵਿਲੱਖਣਤਾ ਦਾ ਮੁਲਕ ਆ, ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਭਾਰਤ ਦੇ ਵਿੱਚ ਰਹਿ ਕੇ ਇੱਥੋਂ ਦੀ ਦੇਸ਼ ਭਗਤ ਕਹਾਉਣ ਦੀ ਜਾਂ ਬਣਨ ਦੀ ਕੋਸ਼ਿਸ਼ ਕਰਦਾ। ਪਰ ਅੱਜ ਕੱਲ੍ਹ ਜਿਹੜਾ ਦੌਰ ਹੈ ਇਹਦੇ ਵਿੱਚ ਦੇਸ਼ ਧਰੋਹੀ ਬੜੀ ਛੇਤੀ ਬਣਾ ਦਿੱਤਾ ਜਾਂਦਾ ਹੈ ਕਿ ਥੋੜਾ ਜਿਹਾ ਮੂੰਹ ਖੋਲਿਆ ਨਹੀਂ ਤੇ ਤੁਸੀਂ ਦੇਸ਼ ਧਰੋਹੀ ਬਣ ਗਏ। ਇਹ ਥੋੜਾ ਜਿਹਾ ਇਹ ਦੱਸਿਓ ਕਿ ਸੰਵਿਧਾਨ ਦੇ ਮੁਤਾਬਕ ਦੇਸ਼ ਭਗਤ ਕੀ ਪਰਿਭਾਸ਼ਾ ਕੀ ਹੈ ਉਹਦੀ? ਸੰਵਿਧਾਨ ਦੇ ਮੁਤਾਬਕ ਤਾਂ ਇਹ ਹੈ ਕਿ ਜਿਹੜਾ ਸੰਵਿਧਾਨ ਸਾਡੇ ਹੁਣ ਆਇਆ ਉਹਦੇ ਮੁਤਾਬਕ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਨੇ ਬਹੁਤ। ਹਰ ਬੰਦੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਕੋਈ ਵੀ ਗੱਲ ਕਹਿਣ ਦਾ ਹੱਕ ਹੈ ਤੇ ਉਹਦੇ ਲਈ ਸੰਗਠਨ ਬਣਾਉਣ ਦਾ ਹੱਕ ਹੈ ਤੇ ਉਹਦੇ ਲਈ ਬੇਬਾਕੀ ਨਾਲ ਆਪਣੀ ਗੱਲ ਕਹਿਣ ਦਾ ਹੱਕ ਹੈ। ਉਹ ਤੁਸੀਂ ਦੇਸ਼ ਧਰੋਹੀ ਨਹੀਂ ਕਹਿ ਸਕਦੇ ਕਿਉਂਕਿ ਦੇਸ਼ ਦਾ ਸੰਵਿਧਾਨ ਉਹਨੂੰ ਹੱਕ ਦਿੰਦਾ। ਜੇ ਪੰਜਾਬ ਦੀ ਮੈਂ ਗੱਲ ਕਰਾਂ 1995 ਦਾ ਇੱਕ ਮਾਮਲਾ ਸੀ, ਬਲਵੰਤ ਸਿੰਘ ਸ਼ਾਹਪੁਰ ਬਾਅਦ ਚ MLA ਵੀ ਬਣੇ ਪੰਜਾਬ ਦੇ ਵਿੱਚੋਂ। ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ 84 ਦੇ ਵਿੱਚ, ਉਹ ਇੱਥੇ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਮੁਲਾਜ਼ਮ ਸੀ। ਉਹ ਤੇ ਕੁਝ ਹੋਰ ਬੰਦਿਆਂ ਨੇ, ਜਿਵੇਂ ਉਦੋਂ ਆਮ ਹੀ ਸਿੱਖਾਂ ਦੇ ਵਿੱਚ ਇੱਕ ਧਾਰਨਾ ਸੀਗੀ ਕਿ ਇੰਦਰਾ ਨੇ ਗਲਤ ਕੀਤਾ,
ਇੱਥੇ ਨੀਲਮ ਸਿਨੇਮੇ ਦੇ ਮੂਹਰੇ 17 ਸੈਕਟਰ 'ਚ ਖੜ ਕੇ ਨਾਅਰੇ ਮਾਰੇ ਸੀਗੇ, ਖਾਲਿਸਤਾਨ ਜਿੰਦਾਬਾਦ ਜਾਂ ਇੰਦਰਾ ਦੇ ਕਤਲ ਦੇ ਉਸ ਮਾਮਲੇ 'ਚ। ਉਹਨਾਂ ਨੂੰ ਦੇਸ਼ ਧਰੋਹ ਦੇ ਨਾਂ 'ਤੇ ਫੜਿਆ ਗਿਆ ਤੇ ਸੁਪਰੀਮ ਕੋਰਟ ਨੇ 1995 'ਚ ਜੱਜਮੈਂਟ ਦਿੱਤੀ ਉਸ ਮਾਮਲੇ ਦੇ ਵਿੱਚ ਕਿ ਉਹਨਾਂ ਦੇ ਨਾਅਰਿਆਂ ਨਾਲ ਕੋਈ ਹਿੰਸਾ ਨਹੀਂ ਭੜਕੀ, ਉਹਨਾਂ ਦੇ ਨਾਅਰਿਆਂ ਨਾਲ ਕੋਈ ਹਥਿਆਰਬੰਦ, ਉਹਨਾਂ ਨੇ ਸੱਦਾ ਨਹੀਂ ਦਿੱਤਾ ਕਿ ਹਥਿਆਰਬੰਦ ਅੰਦੋਲਨ ਦੀ ਤੁਸੀਂ ਗੱਲ ਕਰੋ ਜਾਂ ਕੁਝ ਕਰੋ, ਕੁਝ ਨਹੀਂ ਹੋਇਆ। ਇਸ ਕਰਕੇ ਸੰਵਿਧਾਨ ਇਜਾਜ਼ਤ ਦਿੰਦਾ ਕਿ ਜੇ ਉਹਨਾਂ ਨੇ ਨਾਅਰੇ ਵੀ ਮਾਰੇ ਨੇ, ਉਹ ਅਲੱਗ ਦੇਸ਼ ਦੇ ਵੀ ਨੇ, ਸੂਬੇ ਦੇ ਵੀ ਨੇ, ਤਾਂ ਕੋਈ ਦੇਸ਼ ਧਰੋਹ ਨਹੀਂ ਬਣਦਾ, ਉਹਨਾਂ ਨੂੰ ਬਰੀ ਕੀਤਾ ਜਾਂਦਾ ਉਸ ਸਾਰੇ ਮਾਮਲਿਆਂ ਤੇ। ਜੇ ਇਹ ਦੇਸ਼ ਦਾ ਸੰਵਿਧਾਨ ਨੇ ਹੱਕ ਦਿੰਦਾ, ਬਲਕਿ ਸੰਵਿਧਾਨ ਔਰ ਕਾਨੂੰਨ 'ਚ ਇੰਨੀ ਜਾਨ ਹੋਣੀ ਚਾਹੀਦੀ ਹੈ ਕਿ ਵੱਖਰੇ ਵਿਚਾਰਾਂ ਨੂੰ ਤੁਸੀਂ ਦੂਜੇ ਵਿਚਾਰਾਂ ਨਾਲ ਕੰਡੈਮ ਕਰ ਸਕਦੇ, ਵਿਚਾਰਾਂ ਦਾ ਕਾਟ ਵਿਚਾਰਾਂ ਨਾਲ ਕਰ ਸਕਦੇ ਹੋ, ਨਾ ਕਿ ਉਹਨੂੰ ਜ਼ਬਰਦਸਤੀ ਦੇਸ਼ ਧਰੋਹੀ। ਹੁਣ ਜਦੋਂ ਦੀ ਬੀਜੇਪੀ ਖਾਸ ਤੌਰ ਤੇ ਆਈ ਆ, ਉਹ ਨਵੇਂ ਸਰਟੀਫਿਕੇਟ ਵੰਡਣ ਲੱਗੀ ਆ ਜਿਹੜਾ ਸਾਰਾ ਹੀ ਗੈਰ ਸੰਵਿਧਾਨ। ਤੁਹਾਨੂੰ, ਤੁਸੀਂ ਦੇਸ਼ ਦੇ ਪੱਖੀ ਹੋ ਜਾਂ ਦੇਸ਼ ਧਰੋਹੀ ਹੋ, ਇਹ ਜਿਹੜਾ ਲਾਇਸੈਂਸ ਹੈ ਤੁਹਾਡੇ ਕੋਲ ਨਹੀਂ ਹੈ, ਜਾਂ ਸੰਵਿਧਾਨ ਕੋਲ ਹੈ ਜਾਂ ਕਾਨੂੰਨ ਕੋਲ ਹੈ ਜਾਂ ਹੋਊਗਾ। ਇਸੇ ਲਈ ਫਿਰ ਤੁਸੀਂ ਇਹ ਲਾਇਸੈਂਸ ਵੰਡਣ ਦੇ ਲਈ ਤੁਸੀਂ ਕਾਨੂੰਨ ਬਣਾਤੇ ਹੋਏ। ਕਾਨੂੰਨ ਉਹ ਨੇ ਜਿਹੜੇ ਗੈਰ ਸੰਵਿਧਾਨ। ਜੇ ਸੁਪਰੀਮ ਕੋਰਟ ਉਹਦੇ ਤੇ ਜਿੰਨੀਆਂ ਵੀ ਪਟੀਸ਼ਨਾਂ ਪਈਆਂ ਨੇ, ਲੋਕ ਹਿੱਤ ਪਟੀਸ਼ਨਾਂ ਇਹਨਾਂ ਕਾਨੂੰਨਾਂ ਦੇ ਖਿਲਾਫ, ਤਾਂ ਉਹ ਸ਼ਾਇਦ ਲੱਗਦਾ ਜਦੋਂ ਸੁਣਵਾਈ ਹੋਏਗੀ ਜਾਂ ਪਹਿਲਾਂ ਵੀ ਜਿਹੜੇ ਕਾਨੂੰਨਾਂ ਇਹੋ ਜਿਹੇ ਖਿਲਾਫ ਹੋਈ ਹੈ, ਉਹ ਗੈਰ ਸੰਵਿਧਾਨਕ ਕਰਾਰ ਹੋ ਜਾਣਗੇ। ਪਰ ਕਿਉਂਕਿ ਜਦੋਂ ਸੰਸਥਾਵਾਂ ਕੰਮ ਨਹੀਂ ਕਰਦੀਆਂ, ਸਾਡੇ ਅਸਲ ਚ ਸਮੱਸਿਆ ਇਹ ਹੈ ਕਿ ਜਿਵੇਂ ਅਮਰੀਕਾ ਵਗੈਰਾ ਦਾ ਸਵਾਲ ਹੈ, ਉੱਥੇ ਘੱਟੋ ਘੱਟ ਸੰਸਥਾਵਾਂ ਖੜੀਆਂ ਰਹਿੰਦੀਆਂ ਨੇ। ਟਰੰਪ ਵੀ ਮੋਦੀ ਵਾਂਗ ਹੀ ਆਇਆ ਸੀ ਅਮਰੀਕਾ ਦੇ ਵਿੱਚ, ਤੇ ਜਦੋਂ ਉੱਥੇ ਦੀ ਸਭ ਤੋਂ ਵੱਡੀ ਏਜੰਸੀ ਜਿਹੜੀ ਜਾਂਚ ਵਾਲੀ ਹੈ, FBI ਜਿਹੜੀ ਹੈ, ਔਰ ਉਹਨੇ ਇਹ ਕਿਹਾ ਸੀਗਾ, ਉਹਦਾ ਚੀਫ ਜਿਹੜਾ ਸੀ, ਉਹਨੇ ਓਪਨਲੀ ਆ ਕੇ ਪਾਰਲੀਮੈਂਟ 'ਚ ਇਹ ਕਹਿਤਾ ਕਿ ਰਾਸ਼ਟਰਪਤੀ ਨੇ ਮੇਰੇ ਕੰਨ 'ਚ ਗੱਲ ਕਹਿ ਕੇ ਜਨਤਕ ਤੌਰ ਤੇ ਮੇਰੇ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਜਮਹੂਰੀਅਤ ਦੇ ਖਿਲਾਫ। ਉਹਨੇ ਜਨਤਕ ਕਰਤੀ ਰਾਸ਼ਟਰਪਤੀ ਦੀ। ਔਰ ਇਸੇ ਤਰ੍ਹਾਂ ਇੱਕ ਸਿਟੀ ਪੁਲਿਸ ਦਾ ਇੰਚਾਰਜ ਇਹ ਕਹਿ ਸਕਦਾ ਰਾਸ਼ਟਰਪਤੀ ਨੂੰ ਕਿ ਜੇ ਚੱਜ ਦੀ ਗੱਲ ਕਰਨੀ ਨਹੀਂ ਆਉਂਦੀ ਤਾਂ ਮੂੰਹ ਤਾਂ ਬੰਦ ਰੱਖ ਸਕਦੇ। ਇਹ ਸੰਸਥਾਵਾਂ ਦਾ ਉਹ ਹੈ। ਜਦੋਂ ਕਾਲੇ ਨਾਗਰਿਕ ਦੇ ਗਲ ਤੇ ਗੋਡਾ ਧਰ ਕੇ ਮਾਰ ਦਿੱਤਾ ਗਿਆ ਸੀ, ਕਰੋਨਾ ਦੇ ਵਿੱਚ ਐਡੀ ਵੱਡੀ ਮੂਵਮੈਂਟ ਹੋਈ, ਤਾਂ ਰਾਸ਼ਟਰਪਤੀ ਇੱਕ ਖੜਾ ਸੀ, ਪਰ ਪੂਰੀ ਦੀ ਪੂਰੀ ਇੰਗਲੈਂਡ ਦੀ ਪੁਲਿਸ ਜਿਹੜੀ ਸੀ ਜਾਂ ਅਮਰੀਕਾ ਦੀ ਪੁਲਿਸ ਜਿਹੜੀ, ਉਹ ਨਤਮਸਤਕ ਹੋ ਕੇ ਉਹਨੇ ਕਿਹਾ ਸਾਡੇ ਤੋਂ ਗਲਤੀ ਹੋਈ ਹੈ, ਅੱਗੇ ਤੋਂ ਨਹੀਂ ਹੋਏਗਾ, ਪੂਰਾ ਉਸ ਲੈਵਲ ਤੇ। ਕਿਉਂਕਿ ਦਬਾਅ ਲੋਕਾਂ ਦਾ ਸੋ ਸਾਡੇ, ਹੁਣ ਤੁਸੀਂ ਬੰਦੇ ਮਾਰ ਦਿੰਦੇ ਹੋ, ਝੂਠੇ ਮੁਕਾਬਲਿਆਂ 'ਚ ਮਾਰ ਦਿੰਦੇ ਹੋ ਤੇ ਫੜ ਕੇ ਜੇਲ੍ਹਾਂ 'ਚ ਰੱਖਦੇ ਹੋ ਬਿਨਾਂ ਮੁਕੱਦਮਾ ਚਲਾਏ, ਤਾਂ ਫਿਰ ਕਿੱਥੇ ਹੈ ਸੰਸਥਾਵਾਂ? ਇਸ ਲਈ ਸਾਡੀਆਂ ਸੰਸਥਾਵਾਂ ਕਮਜ਼ੋਰ ਨੇ। ਅਸੀਂ ਉਹਨਾਂ ਨੂੰ, ਓਡੀਆਂ ਸੰਸਥਾਵਾਂ ਫਿਰ ਉਮੀਦ ਉੱਥੋਂ ਹੀ ਰੱਖੀ ਜਾਂਦੀ ਹੁੰਦੀ ਹੈ ਜਿਹੜੀਆਂ ਸੰਵਿਧਾਨਕ ਸੰਸਥਾਵਾਂ, ਚਾਹੇ ਉਹ ਅਦਾਲਤਾਂ ਹੋਣ ਵੱਡੇ ਤੌਰ ਦੇ ਉੱਤੇ, ਜਾਂ ਬਾਕੀ ਵੀ ਜਿਹੜੀਆਂ ਸੰਸਥਾਵਾਂ ਜਾਂਚ ਏਜੰਸੀਆਂ ਨੇ, ਉਹ ਵੀ ਜੇ ਉਸ ਲੈਵਲ ਦੀਆਂ ਹੋਣ, ਉਹ ਜਿਹਾ ਕਿਰਦਾਰ ਵੀ ਵਿਕਸਿਤ ਕਰਨ ਦੀ ਲੋੜ ਪੈਂਦੀ। ਤੇ ਉਹ ਕਿਰਦਾਰ ਬਹੁਤ ਵੱਡੀ ਚੀਜ਼ ਹੈ ਜਿਹਦੇ ਤੇ ਬੰਦੇ ਖੜ ਕੇ, ਸੱਚ ਤੇ ਖੜ ਕੇ ਗੱਲ ਕਰਦੇ ਰਹਿਣ। ਇਸੇ ਕਰਕੇ ਲੋਕਾਂ ਨੂੰ ਇਤਰਾਜ਼ ਹੁੰਦਾ ਕਿ ਅਸੀਂ ਇਹੋ ਜਿਹੀ ਜਮਹੂਰੀਅਤ ਤਾਂ ਨਹੀਂ ਚਾਹੁੰਦੇ ਸੀ ਜਿਹੜੀ ਇਹ ਹੈ। ਘੱਟੋ ਘੱਟ ਜੇ ਇਹ ਸੰਵਿਧਾਨ ਵੀ ਸਹੀ ਤਰੀਕੇ ਨਾਲ ਲਾਗੂ ਹੋ ਜਾਂਦਾ ਜਿਹੜਾ ਅੱਜ ਹੈ, ਇਹਦੇ ਨਾਲ ਵੀ ਲੋਕਾਂ ਨੂੰ ਬਹੁਤ ਤਕਲੀਫ ਮਿਲੇਗੀ, ਰਾਹਤ ਮਿਲੇਗੀ। ਸ਼ਾਇਦ ਅੱਜ ਇਸੇ ਕਰਕੇ ਕਿਸਾਨ ਅੰਦੋਲਨ ਜਿਹੜਾ ਸਿੰਘੂ ਟਿਕਰੀ ਤੇ ਗਾਜੀਪੁਰ ਤੇ ਪੂਰੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਵੀ ਇਹਨੂੰ ਮਨਾ ਰਹੇ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਹੜੇ ਸ਼ਾਂਤਮਈ ਪ੍ਰੋਟੈਸਟ ਨੇ, ਤੁਸੀਂ ਇਸੇ ਤੇ ਦੇਖੋ ਬੀਜੇਪੀ ਦੇ ਲੀਡਰਾਂ ਨੇ ਬਾਰ-ਬਾਰ ਕੀ ਕਿਹਾ ਕਿ ਖਾਲਿਸਤਾਨੀ ਨੇ, ਇਹ ਮਾਓਵਾਦੀ ਨੇ, ਇਹ ਟੁਕੜੇ ਟੁਕੜੇ ਗੈਂਗ ਹੈ, ਇਹ ਪਾਕਿਸਤਾਨ ਤੇ ਚੀਨ ਤੋਂ ਆਏ ਨੇ, ਤੇ ਤੁਸੀਂ ਕੀ ਹੋ? ਤੁਹਾਨੂੰ ਇਹ ਹੱਕ ਜੇ ਸੰਵਿਧਾਨ ਨੇ ਦਿੱਤਾ, ਇਹਨਾਂ ਤੇ ਐਲੀਗੇਸ਼ਨ ਲਾ ਲਓ, ਤਾਂ ਤੁਹਾਡੇ ਤੇ ਦੇਸ਼ ਦੀ ਗਦਾਰੀ ਦਾ ਹੱਕ ਵੀ ਤਾਂ ਲੱਗ ਸਕਦਾ। ਬਿਲਕੁਲ। ਔਰ ਇਸ ਕਰਕੇ ਇਹ ਸਵਾਲ ਹੈ, ਜਿਹੜਾ ਸੰਵਿਧਾਨ ਦੀ ਉਲੰਘਣਾ ਕਰਦਾ ਹੈ, ਜਿਹੜਾ ਕਾਨੂੰਨ ਦੀ ਉਲੰਘਣਾ ਕਰਕੇ ਗੱਲ ਕਰਦਾ ਹੈ, ਤਾਂ ਦੋਸ਼ੀ ਉਹ ਬਣਦਾ। ਦੇਸ਼ ਧਰੋਹੀ ਉਹਨੂੰ ਕਿਹਾ ਜਾਣਾ ਚਾਹੀਦਾ ਹੈ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਗੱਲ ਰੱਖਦਾ ਪੂਰੀ ਤਰੀਕੇ ਦੇ ਨਾਲ, ਤਾਂ ਉਹ ਦੇਸ਼ ਧਰੋਹੀ ਕਿਵੇਂ ਹੋ ਸਕਦਾ? ਬਿਲਕੁਲ ਕਿਸੇ ਵੀ। ਇਸ ਕਰਕੇ ਅੱਜ ਦੇ ਦਿਨ ਤੇ ਇਹ ਬਹੁਤ ਕਲੀਅਰ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਮਾਹੌਲ, ਔਰ ਗੱਲ ਚੰਗੀ ਹੈ ਕਿਉਂਕਿ ਜੇ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਵੀ ਹੁੰਦਾ ਹੈ, ਖਾਸ ਤੌਰ ਤੇ ਜਦੋਂ ਦੀ ਬੀਜੇਪੀ ਆਈ ਹੈ, ਇੱਕ ਗੱਲ ਤਾਂ ਚੰਗੀ ਹੋਈ ਆ ਮਾੜੀ ਮੋਟੀ ਕਿ ਲੋਕ ਸੰਵਿਧਾਨ ਦੀ ਗੱਲ ਕਰਨ ਲੱਗ ਗਏ, ਸੰਵਿਧਾਨ ਨੂੰ ਥੋੜਾ ਬਹੁਤ ਪੜ੍ਹਨ ਲੱਗ ਗਏ ਕਿ ਸੰਵਿਧਾਨ ਕੀ ਕਹਿੰਦਾ। ਨਹੀਂ ਤਾਂ ਸੰਵਿਧਾਨ ਇਹ ਸੀਗਾ ਵੀ ਕਿਤੇ ਪਿਆ ਪਾਰਲੀਮੈਂਟ ਜਾਂ ਲਾਇਬ੍ਰੇਰੀਆਂ ਦੇ ਵਿੱਚ, ਆਪਾਂ ਗੱਲ ਹੀ ਨਾ। ਬਿਲਕੁਲ ਦੇ ਸਵਾਲ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਆ ਰਿਹਾ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਹੈ, ਉਹਨੇ ਮਨੁੱਖੀ ਅਧਿਕਾਰ ਦਾ ਐਡਾ ਵੱਡਾ ਦਾਇਰਾ ਖਿੱਚਤਾ, ਲਾਈਨ ਖਿੱਚਦੀ ਹੋਈ ਹੈ, ਜਿਹਦੇ ਦਾਇਰੇ 'ਚ ਜੇ ਸੋਚੋਗੇ ਤਾਂ ਬੀਜੇਪੀ ਦਾ ਤੇ ਇਹੋ ਜਿਹੇ ਲੋਕਾਂ ਦਾ ਸਾਰਾ ਵਰਤਾਅ ਟੁੱਟ ਜਾਂਦਾ ਹੈ।
ਕਿ ਕਿਤੇ ਵੀ ਨਹੀਂ ਠਹਿਰਦਾ ਕਿਸੇ ਵੀ ਰੂਪ ਦੇ ਵਿੱਚ। ਜਦੋਂ ਔਰੰਗਜ਼ੇਬ ਜੇ ਗਲਤ ਕਰਦਾ ਇੱਕ ਭਾਈਚਾਰੇ ਨਾਲ, ਗੁਰੂ ਉਹਦੇ ਨਾਲ ਵੀ ਖੜ ਜਾਂਦਾ ਜਾ ਕੇ। ਤੇ ਜੇ ਅੱਜ ਦੀਆਂ ਸਰਕਾਰਾਂ ਗਲਤ ਕਰਦੀਆਂ ਨੇ ਤਾਂ ਸਾਡੇ ਵੱਡੇ ਧਾਰਮਿਕ, ਸਿਆਸੀ, ਸਮਾਜਿਕ, ਬੁੱਧੀਜੀਵੀ ਸਾਰੇ ਆਗੂਆਂ ਨੂੰ ਉਤੋਂ ਗੁਰੂ ਤੇਗ ਬਹਾਦਰ ਤੋਂ ਸੇਧ ਲੈ ਕੇ ਪੀੜਤ ਲੋਕਾਂ ਨਾਲ ਖੜਨ ਦਾ ਸਵਾਲ ਹੈ। ਤੇ ਉਹਨਾਂ ਸਰਕਾਰਾਂ ਦੇ ਖਿਲਾਫ ਉਵੇਂ ਹੀ ਸਟੈਂਡ ਲੈਣ ਦਾ ਸਵਾਲ ਹੈ ਜਿਵੇਂ ਗੁਰੂ ਸਾਹਿਬ ਨੇ ਲਿਆ ਸੀ। ਅੱਜ ਦਾ ਦਿਨ ਉਹ ਗੱਲ ਦੀ ਵੀ ਸਾਦੀ ਪੜਦਾ, ਉਸ ਦਿਸ਼ਾ ਵਿੱਚ ਜਾਣ ਦੀ ਪ੍ਰੇਰਨਾ ਵੀ ਦਿੰਦਾ। ਜੀ, ਸ਼ੁਕਰੀਆ ਵੀਰ ਸਿੰਘ ਜੀ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਮਿਹਰਬਾਨੀ।